ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਦ ਬੰਦਨ ਪਦ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ੍ਰੀ ਹਰਿ ਕ੍ਰਿਸ਼ਨ ਮਨਾਓ ਤੇਗ ਬਹਾਦਰ ਪਰਮ ਸਤਿਗੁਰ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋਂ ਤਰਾ ਪਰ ਪੁੰਨ ਪੁੰਨ ਵਾਹਿਗੁਰੂ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਕਰ ਕਾਗਜ ਨਿਜ ਹਿਰਦੇ ਕੋ ਮਸੂ ਸੁਮਤ ਬਨਾਏ। ਸ਼੍ਰੀ ਸਤਿਗੁਰ ਕੋ ਜਸ ਲਿਖੇ ਤਬੈ ਪਰਮ ਗਤ ਪਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਬਹੁਤ ਹੀ ਸਨਮਾਨ ਤੇ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ। ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨਾਂ 'ਚ ਨਿਤਾ ਪ੍ਰਤੀ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਗੁਰੂ ਜਸ ਗੁਰੂ ਮਹਿਮਾ ਬੜੇ ਅਦਬ ਸਤਿਕਾਰ ਸਹਿਤ ਆਪ ਜੀ ਸਰਵਣ ਕਰਦੇ। ਪਹਿਲੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਉਪਮਾ ਦਾ ਸਤੋਤਰ ਭਾਈ ਲਹਿਣਾ ਜੀ ਨੇ ਉਚਾਰਨ ਕੀਤਾ ਹੈ। ਸਮਸਤ ਸੰਗਤ ਨੂੰ ਗੁਰੂ ਬਾਬਾ ਜੀ ਨੇ
ਉਪਦੇਸ਼ ਬਖਸ਼ ਕੇ ਨਵਾਜਿਆ, ਅੰਮ੍ਰਿਤ ਵੇਲੇ ਉੱਠਣਾ, ਸੰਗਤ ਕਰਨੀ ਹੈ, ਪਰਮੇਸ਼ਰ ਦਾ ਭਜਨ ਕਰਨਾ ਹੈ, ਭਲੇ ਕਰਮਾਂ 'ਚ ਪ੍ਰਵਿਰਤ ਹੋਣਾ ਹੈ, ਗੁਰਸਿੱਖਾਂ ਦੀ ਟਹਿਲ ਸੇਵਾ ਕਰਨੀ। ਇਹ ਉਪਦੇਸ਼ ਗੁਰੂ ਬਾਬਾ ਜੀ ਨੇ ਸਾਰੀ ਸੰਗਤ ਨੂੰ ਬਖਸ਼ਿਆ। 52ਵਾਂ ਅਧਿਆਏ ਪ੍ਰਾਰੰਭ ਹੋ ਰਿਹਾ ਕਥਾ ਦਾ। ਆਓ ਕੁਝ ਸਮੇਂ ਲਈ ਮਨ ਔਰ ਬਿਰਤੀਆਂ ਨੂੰ ਇਕਾਗਰ ਕਰੀਏ। ਪਹਿਲੇ ਪਾਤਸ਼ਾਹ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਜਿੱਥੇ ਤਨ ਕਰਕੇ ਸਰੀਰ ਕਰਕੇ ਹਾਜ਼ਰ ਹੋ ਰਹੇ ਹੋ, ਉੱਥੇ ਆਪਣਾ ਮਨ ਗੁਰੂ ਚਰਨਾਂ 'ਚ ਹਾਜ਼ਰ ਕਰੋ। ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣ ਨਿਮਿਤ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਰ ਕਾਗਜ ਨਿਜ ਹਿਰਦੇ ਕੋ ਮਸੂ ਸੁਮਤ ਬਨਾਏ। ਗੁਰੂ ਜਸ ਮਹਾਤਮ ਵਰਣਨ ਹੋ ਰਿਹਾ ਹੈ। ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿ ਰਹੇ ਨੇ, ਇਹ ਭਾਈ ਆਪਣੇ ਹਿਰਦੇ ਨੂੰ ਕਾਗਜ਼ ਬਣਾਈਏ। ਮੈਂ ਆਪਣੇ ਹਿਰਦੇ ਨੂੰ ਕਾਗਜ਼ ਬਣਾ ਕੇ ਜੋ ਸ੍ਰੇਸ਼ਟ ਮੱਤ ਹੈ, ਸਦ ਬੁੱਧੀ ਹੈ, ਉਹਦੀ ਸ਼ਾਹੀ ਬਣਾਵਾਂ। ਮੱਤ ਨੂੰ ਕਾਗਜ਼ ਬਣਾ ਕੇ, ਜਾਂ ਇਦਾਂ ਕਹਿ ਲੋ ਹਿਰਦੇ ਨੂੰ ਕਾਗਜ਼ ਬਣਾ ਕੇ, ਸ੍ਰੇਸ਼ਟ ਮੱਤ ਦੀ ਸ਼ਾਹੀ ਤਿਆਰ ਕਰਕੇ ਸ਼ਾਹੀ ਦੀ ਵਰਤੋਂ ਕਰਾਂ। ਸ਼੍ਰੀ ਸਤਿਗੁਰ ਕੋ ਜਸ ਲਿਖੇ ਤਬੈ ਪਰਮ ਗਤ ਪਾਏ। ਫਿਰ ਉਹਦੇ ਤੇ ਪ੍ਰੇਮ ਰੂਪੀ ਕਲਮ ਨਾਲ ਮੈਂ ਗੁਰੂ ਨਾਨਕ ਸਾਹਿਬ ਦਾ ਜਸ ਲਿਖਾਂ, ਗੁਰੂ ਨਾਨਕ ਸਾਹਿਬ ਦੀ ਮਹਿਮਾ ਲਿਖਾਂ। ਜਦੋਂ ਸਤਿਗੁਰਾਂ ਦੀ ਮਹਿਮਾ ਲਿਖਾਂਗਾ ਤਾਂ ਫਿਰ ਮੈਨੂੰ ਪਰਮ ਗਤੀ ਦੀ ਪ੍ਰਾਪਤੀ ਹੋਵੇਗੀ। ਗੁਰੂ ਬਾਬਾ ਜੀ ਦੇ ਅੰਮ੍ਰਿਤ ਬੋਲ ਨੇ, ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ। ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਗੁਰੂ ਪਾਤਸ਼ਾਹ ਦੀ ਵਡਿਆਈ ਜਦੋਂ ਆਪਣੇ ਹਿਰਦੇ ਰੂਪੀ ਕਾਗਜ਼ ਤੇ ਲਿਖਾਂਗੇ ਤਾਂ ਪਰਮ ਗਤੀ ਦੀ ਪ੍ਰਾਪਤੀ ਹੋਵੇਗੀ। ਪ੍ਰਤੱਖ ਰੂਪ ਵਿੱਚ ਵੀ ਜਿਨ੍ਹਾਂ ਮਹਾਂਪੁਰਸ਼ਾਂ ਨੇ ਸਤਿਗੁਰਾਂ ਦੀ ਬਾਣੀ ਲਿਖੀ, ਸ਼ਹੀਦ ਭਾਈ ਮਨੀ ਸਿੰਘ ਜੀ ਨੇ ਸੇਵਾ ਕੀਤੀ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖੇ, ਦਸਵੇਂ ਪਾਤਸ਼ਾਹ ਜੀ ਦੀ ਬਾਣੀ ਲਿਖੀ। ਇਸੇ ਤਰ੍ਹਾਂ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਗੁਰਬਾਣੀ ਲਿਖੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਿਖੇ, ਨਿਤਨੇਮ ਦੇ ਗੁਟਕੇ ਪੋਥੀਆਂ ਲਿਖੀਆਂ। ਤੋ ਕੈਸੀ ਮਹਾਨ ਪਰਮ ਗਤੀ ਨੂੰ, ਪਰਮ ਅਵਸਥਾ ਨੂੰ ਪ੍ਰਾਪਤ ਹੋਏ। ਪੁਰਾਤਨ ਸਮਿਆਂ ਵਿੱਚ ਹੱਥ ਲਿਖਤ ਬੀੜਾਂ, ਹੱਥ ਲਿਖਤ ਪੋਥੀਆਂ ਤੇ ਗੁਰੂ ਕੇ ਸਿੱਖ ਜਾਪ ਜਪਦੇ, ਗੁਰਬਾਣੀ ਪੜ੍ਹਦੇ ਸਨ, ਕਿਉਂਕਿ ਪ੍ਰਿੰਟਿੰਗ ਪ੍ਰੈਸਾਂ ਵਗੈਰਾ ਨਹੀਂ ਸਨ ਹੁੰਦੀਆਂ। ਅੱਜ ਦੇ ਇਸ ਵਰਤਮਾਨ ਸਮੇਂ ਵਿੱਚ ਵੀ ਕੁਝ ਕੁ ਨੌਜਵਾਨ ਭੁਜੰਗ ਫੌਜਾਂ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਸਦਬੁੱਧੀ ਦਿੱਤੀ ਹੈ, ਉਹਨਾਂ ਅੰਦਰ ਚਾਉ ਸ਼ੌਂਕ ਜਾਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਪੁਰਾਣੀ ਲਿਖਣ ਦੀ ਸ਼ੈਲੀ ਸੀ, ਉਹਦੇ ਮੁਤਾਬਕ ਸਤਿਗੁਰਾਂ ਦੀ ਬਾਣੀ ਲਿਖੀ ਜਾਵੇ। ਬਹੁਤ ਸਾਰੇ ਨੌਜਵਾਨ ਸਿੰਘ ਅੱਜ ਕੱਲ੍ਹ ਗੁਰਬਾਣੀ ਲਿਖਣ ਦੇ ਵਿੱਚ ਆਪਣੀ ਰੁਚੀ ਵਿਖਾਉਂਦੇ ਹਨ। ਇਹ ਚੰਗੀ ਪਿਰਤ ਹੈ, ਚੰਗੀ ਪ੍ਰਵਿਰਤੀ ਹੈ। ਪਾਤਸ਼ਾਹ ਜੀ ਦੀ ਬਾਣੀ ਦੇ ਨਿਤਨੇਮ ਦੀਆਂ ਪੋਥੀਆਂ ਕਈ ਗੁਰਮੁਖ ਸਿੰਘਾਂ ਨੇ, ਨੌਜਵਾਨ ਬੱਚਿਆਂ ਨੇ ਹੁਣ ਲਿਖੀਆਂ ਹਨ, ਔਰ ਕਈ ਗੁਰਮੁਖ ਪਿਆਰੇ ਉਪਰਾਲਾ ਕਰ ਰਹੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਣ ਦਾ ਵੀ ਉਹਨਾਂ ਨੂੰ ਚਾਅ ਹੈ। ਤੋ ਕਹਿਣ ਤੋਂ ਭਾਵ ਕਿ ਸਤਿਗੁਰਾਂ ਦੀ ਮਹਿਮਾ ਜਦੋਂ ਕੋਈ ਲਿਖਦਾ ਹੈ, ਆਪਣੇ ਹਿਰਦੇ ਵਿੱਚ ਲਿਖੇ
ਜਾਂ ਕਾਗਜ਼ ਦੇ ਉੱਤੇ ਲਿਖਦਾ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਕਲਾ ਵਰਤਦੀ ਹੈ। ਪਰਮ ਗਤੀ ਦੀ ਅਵਸਥਾ ਪ੍ਰਾਪਤ ਹੁੰਦੀ ਹੈ ਤਿਨਾਂ ਗੁਰਮੁਖਾਂ ਨੂੰ ਜਿਹੜੇ ਆਪਣੇ ਹਿਰਦੇ ਰੂਪੀ ਕਾਗਜ਼ ਦੇ ਉੱਤੇ ਸ੍ਰੇਸ਼ਟ ਮਤ ਰੂਪੀ ਸਿਆਹੀ ਨਾਲ ਪ੍ਰੇਮ ਰੂਪੀ ਕਲਮ ਸਹਿਤ ਗੁਰੂ ਨਾਨਕ ਸਾਹਿਬ ਜੀ ਦੀਆਂ ਸਿਫਤਾਂ, ਗੁਰੂ ਨਾਨਕ ਪਾਤਸ਼ਾਹ ਦੀਆਂ ਵਡਿਆਈਆਂ ਲਿਖਦੇ ਹਨ, ਉਹਨਾਂ ਨੂੰ ਪਰਮ ਗਤੀ ਦੀ ਪ੍ਰਾਪਤੀ ਹੁੰਦੀ ਹੈ। ਚੌਪਈ ਸ਼੍ਰੀ ਗੁਰੂ ਨਾਨਕ ਕਿਰਪਾ ਨਿਦਾਨਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਕਿਰਪਾ ਦੇ ਖਜ਼ਾਨੇ ਹਨ। ਇਉ ਉਪਦੇਸ਼ਿਓ ਤਤ ਗਿਆਨਾ। ਸਤਿਗੁਰੂ ਜੀ ਨੇ ਉਹ ਬਹੁਤ ਸਾਰੇ ਸਿੱਖਾਂ ਨੂੰ ਭਾਈ ਲਹਿਣਾ ਜੀ ਦੇ ਸਮੇਤ ਤਤਵ ਗਿਆਨ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਕੀਤਕ ਬੋਰੋ ਬਿਤਾਇਓ ਕਾਲਾ। ਇਸੇ ਤਰ੍ਹਾਂ ਕੁਝ ਸਮਾਂ ਸਤਿਗੁਰੂ ਜੀ ਨੇ ਹੋਰ ਬਤੀਤ ਕੀਤਾ। ਸੇਵੀ ਲੈਣਾ ਭਾਉ ਬਿਸਾਲਾ। ਸਤਿਗੁਰੂ ਜੀ ਦੇ ਅਨੇਨ ਸੇਵਕ ਭਾਈ ਲਹਿਣਾ ਜੀ ਬੜੇ ਭਾਵ ਨਾਲ ਪ੍ਰੇਮ ਨਾਲ ਸਤਿਗੁਰੂ ਜੀ ਦੀ ਸੇਵਾ ਟਹਿਲ ਕਰਦੇ ਹਨ। ਜਿਉ ਤਰੁ ਸ਼ਾਖ ਨਿਵੇਂ ਫਲ ਪਾਈ। ਖਾਲਸਾ ਜੀ ਜਿਵੇਂ ਕਿਸੇ ਦਰਖਤ ਦੀ ਟਹਿਣੀ ਨੂੰ ਫਲ ਲੱਗੇ ਤੇ ਉਹ ਟਹਿਣੀ ਹੋਰ ਝੁਕ ਜਾਂਦੀ ਹੈ, ਇਉਂ ਭਾਈ ਲਹਿਣਾ ਜੀ ਨੂੰ ਜਿਵੇਂ ਆਤਮ ਗਿਆਨ ਦੀ ਪ੍ਰਾਪਤੀ ਹੋਈ ਤਿਵੇਂ ਹੋਰ ਨਿਮਰਤਾ ਤੇ ਹਲੀਮੀ ਸਹਿਤ ਹੋ ਗਏ। ਕਿਉਂਕਿ ਗੁਰੂ ਨਾਨਕ ਸਾਹਿਬ ਦੇ ਘਰ ਦਾ ਜਿਹੜਾ ਬ੍ਰਹਮ ਗਿਆਨ ਹੈ ਉਹ ਖੁਸ਼ਕ ਗਿਆਨ ਨਹੀਂ ਹੈ, ਉਹਦੇ ਚ ਭਗਤੀ ਰੂਪੀ ਮਿਸ਼ਰੀ ਮਿਲਾ ਕੇ ਮਹਾਰਾਜ ਜੀ ਨੇ ਬਖਸ਼ਿਆ। ਗੁਰਸਿੱਖ ਕਦੇ ਰਸਨਾ ਤੋਂ ਨਹੀਂ ਕਹਿੰਦਾ ਮੈਂ ਬ੍ਰਹਮ ਹਾਂ, ਮਨ ਵਿੱਚ ਇਹੀ ਭਾਵ ਹੈ ਕਿ ਮੈਂ ਉਸ ਬ੍ਰਹਮ ਦੀ ਅੰਸ਼ ਹਾਂ, ਪਰ ਰਸਨਾ ਤੋਂ ਭਗਤੀ ਭਾਵਨਾ ਨਾਲ ਕਹਿੰਦਾ ਮੈਂ ਉਹਦਾ ਦਾਸ ਹਾਂ, ਉਹ ਮੇਰਾ ਸੁਆਮੀ ਹੈ। ਜਿਹੜੇ ਖੁਸ਼ਕ ਵਿਦਾਂਤੀ ਸਨ ਉਹ ਵਿਦਾਂਤੀ ਕੇਵਲ ਰਸਨਾ ਤੋਂ ਖੁਸ਼ਕ ਤਾਂ ਕਹਿ ਲੈਂਦੇ ਅਹੰ ਬ੍ਰਹਮਸਮੀ, ਮੈਂ ਬ੍ਰਹਮੀ ਹਾਂ, ਪਰ ਹਿਰਦੇ ਵਿੱਚ ਉਹ ਗਿਆਨ ਨਹੀਂ ਸੀ ਹੁੰਦਾ, ਕੇਵਲ ਰਸਨਾ ਤੇ ਸੀ। ਗੁਰੂ ਪਾਤਸ਼ਾਹ ਨੇ ਕੱਲ ਦੀ ਕਥਾ ਚ ਆਪ ਜੀ ਨੇ ਬਚਨ ਸੁਣੇ ਹਨ। ਮਹਾਰਾਜ ਜੀ ਕਹਿੰਦੇ ਮੁਖ ਵਿੱਚ ਭਗਤੀ, ਹਿਰਦੇ ਵਿੱਚ ਗਿਆਨ ਤੇ ਵਰਤਣ ਚ ਵਿਰਾਗ ਹੋਵੇ ਗੁਰਸਿੱਖ ਦੇ। ਮੂੰਹ ਤੋਂ ਨਹੀਂ ਕਦੇ ਕਹਿਣਾ ਮੈਂ ਬ੍ਰਹਮ ਹਾਂ, ਮੈਂ ਰੱਬ ਹਾਂ, ਹਿਰਦੇ 'ਚ ਗਿਆਨ ਹੋਵੇ ਕਿ ਮੈਂ ਰਾਮ ਦੀ ਅੰਸ਼ ਹਾਂ, ਪਰ ਰਸਨਾ ਤੋਂ ਦਾਸ ਬਣ ਕੇ ਹੀ ਰਹਿਣਾ। ਇਸ ਕਰਕੇ ਭਾਈ ਲਹਿਣਾ ਜੀ ਇਸੇ ਤਰ੍ਹਾਂ ਵਿਨਿਮਰਤਾ ਸਹਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਸੇਵਾ ਟਹਿਲ ਕਰਦੇ ਹਨ। ਤੈਸੀ ਗਤ ਲੈਣੀ ਠਹਿਰਾਈ। ਜਿਵੇਂ ਦਰਖਤ ਦੀ ਟਹਿਣੀ ਤੇ ਫਲ ਲੱਗੇ ਤੇ ਟਹਿਣੀ ਝੁਕ ਜਾਂਦੀ ਹੈ, ਇਉਂ ਭਾਈ ਲਹਿਣਾ ਜੀ ਅਤੀ ਵਿਨਿਮਰਤਾ ਸਹਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਟਹਿਲ ਕਰਦੇ ਹਨ। ਦੇਖ ਨਿਮਰਤਾ ਪਰਮ ਕਨੇਰੀ। ਭਾਈ ਲਹਿਣਾ ਜੀ ਦੀ ਵਿਨਿਮਰਤਾ ਵੇਖ ਕੇ ਪਰਮ ਵਿਨਿਮਰਤਾ ਕਨੇਰੀ ਨਿਮਰਤਾ ਸਤਿਗੁਰੂ ਜੀ ਨੇ ਵੇਖੀ। ਦਿਨ ਪਰਤ ਕਿਰਪਾ ਸਵਾਏ ਬਦੇਰੀ। ਜਿੰਨੀ ਵਿਨਿਮਰਤਾ ਭਾਈ ਲਹਿਣਾ ਜੀ ਵਿੱਚ ਸਤਿਗੁਰੂ ਜੀ ਵੇਖਦੇ, ਗੁਰੂ ਨਾਨਕ ਸਾਹਿਬ ਓਨੀ ਵੱਧ ਕਿਰਪਾ ਕਰਦੇ। ਇਹੀ ਵਿਧਾਨ ਹੈ ਗੁਰੂ ਘਰ ਦਾ। ਜਿੰਨਾ ਕੋਈ ਸਤਿਗੁਰਾਂ ਦੇ ਚਰਨਾਂ 'ਚ ਹਲੀਮੀ ਨਾਲ ਨਿਮਰਤਾ ਸਹਿਤ ਝੁਕ ਕੇ ਆਉਂਦਾ, ਗੁਰੂ ਨਾਨਕ ਸਾਹਿਬ ਦੀ ਉਤਨੀ ਵੱਡੀ ਭਾਰੀ ਕਿਰਪਾ ਦੀ ਦ੍ਰਿਸ਼ਟੀ ਉਹਦੇ ਤੇ ਵਰਤਦੀ ਹੈ। ਭਾਈ ਲਹਿਣਾ ਜੀ ਉੱਤੇ ਸਤਿਗੁਰੂ ਜੀ ਉਤਨੀ ਕਿਰਪਾ ਨਾਲ ਵੇਖਦੇ ਹਨ। ਅਜਰ ਜਰਨ ਲੱਛਣ ਪਹਿਚਾਨਾ। ਵੇਖਿਆ ਕਿ ਭਾਈ ਲਹਿਣਾ ਜੀ ਵਿੱਚ ਅਜਰ ਨੂੰ ਜਰ ਲੈਣ ਦਾ ਲੱਛਣ ਹੈ। ਬੜਾ ਔਖਾ ਹੁੰਦਾ ਅਜਰ ਨੂੰ ਜਰਨਾ। ਅਸੀਂ ਤਾਂ ਆਪਣੀ, ਚਾਹੇ ਸਾਡੀ ਕੋਈ ਹਸਤੀ ਵਜੂਦ ਨਾ ਵੀ ਹੋਵੇ, ਲੋਕਾਂ ਨਾਲ ਲੜਦੇ ਫਿਰਦੇ ਆ ਤੂੰ ਜਾਣਦਾ ਮੈਂ ਕੌਣ, ਉਹ ਆਖੇ ਵੀ ਨਹੀਂ ਜਾਣਦਾ ਤਾਂ ਵੀ ਗੁੱਸਾ ਕਰ ਜਾਈਦਾ ਵੀ ਤੂੰ ਜਾਣਦਾ ਹੀ ਨਹੀਂ ਮੈਨੂੰ। ਯਾਨੀ ਕਿ ਅਸੀਂ ਆਪਣੀ ਜੋ ਨਹੀਂ ਹਾਂ ਉਹ ਵੀ ਜਣਾਉਣਾ ਚਾਹੁੰਦੇ ਹਾਂ। ਗੁਰੂ ਅੰਗਦ ਦੇਵ ਸਾਹਿਬ ਬੇਅੰਤ ਕਲਾਵਾਂ ਦੇ ਮਾਲਕ ਨੇ, ਪਰ ਫਿਰ ਵੀ ਅਜਰ ਨੂੰ ਜਰ ਲੈਣ ਦੀ ਸ਼ਕਤੀ ਦੇ ਮਾਲਕ ਨੇ। ਅਣਹੋਂਦਾ ਆਪ ਵੰਡਾਏ ਕੋ ਐਸਾ ਭਗਤ, ਤਾਣ ਹੁੰਦੇ ਹੋਏ ਨਿਤਾਣਾ। ਇਹ ਹੈ ਅਜਰ ਨੂੰ ਜਰਨ ਦੀ ਅਵਸਥਾ। ਹਾਂਜੀ। ਅਧਿਕ ਪ੍ਰਸਿੱਧ ਸ਼੍ਰੀ ਗਤਿ ਦਾਨਾ। ਮੁਕਤੀ ਦਾਤੇ ਗੁਰੂ ਨਾਨਕ ਸਾਹਿਬ ਜੀ ਭਾਈ ਲਹਿਣਾ ਜੀ ਉੱਤੇ ਬਹੁਤ ਪ੍ਰਸੰਨ ਹਨ। ਇਸ ਬਿਦ ਕੋ ਰੁਖ ਜੋ ਗੁਰ ਕੀਰਾ। ਸਤਿਗੁਰੂ ਜੀ ਦਾ ਇਹ ਰੁਖ ਵੇਖ ਕੇ ਵੀ ਗੁਰੂ ਨਾਨਕ ਸਾਹਿਬ ਭਾਈ ਲਹਿਣਾ ਜੀ ਉੱਤੇ ਬੜੇ ਖੁਸ਼ ਨੇ।
ਭਾਈ ਲਹਿਣਾ ਜੀ ਉੱਤੇ ਗੁਰੂ ਨਾਨਕ ਸਾਹਿਬ ਜੀ ਬੜੀ ਕਿਰਪਾ ਕਰਦੇ ਹਨ। ਦਿਨ ਪ੍ਰਤ ਬਦੇ ਸਰਬ ਨਹਿਰਾ। ਸਾਰੀ ਸੰਗਤ ਵੇਖਦੀ ਹੈ, ਹੁਣ ਪਤਾ ਲੱਗਦਾ ਹੀ ਹੈ ਸੰਗਤ ਵਿੱਚ ਕਿ ਜਦੋਂ ਗੁਰੂ ਨਾਨਕ ਸਾਹਿਬ ਬਹੁਤੀ ਕਿਰਪਾ ਕਰਦੇ ਭਾਈ ਲਹਿਣਾ ਜੀ ਉੱਤੇ ਤੇ ਸੰਗਤ ਵੇਖਦੀ, ਆਲੇ ਦੁਆਲੇ ਗੱਲਾਂ ਹੁੰਦੀਆਂ ਹਨ। ਮਿਲੇ ਪਰਸਪਰ ਕਹੇ ਬਨਾਈ। ਸਿੱਖ ਆਪਸ ਵਿੱਚ ਮਿਲ ਕੇ ਇੱਕ ਦੂਜੇ ਨਾਲ ਗੱਲ ਕਰਦਿਆਂ ਕਹਿੰਦੇ ਹਨ, ਗਿਰੀ ਲੈਣੇ ਪਰ ਕਿਰਪਾ ਸਵਾਈ। ਕਹਿੰਦੇ ਭਾਈ ਲਹਿਣਾ ਜੀ ਉੱਤੇ ਗੁਰੂ ਨਾਨਕ ਸਾਹਿਬ ਬਹੁਤ ਕਿਰਪਾ ਕਰਦੇ ਨੇ। ਭਾਈ ਲਹਿਣਾ ਜੀ ਉੱਤੇ ਗੁਰੂ ਨਾਨਕ ਸਾਹਿਬ ਦੀ ਬਹੁਤੀ ਕਿਰਪਾ ਵਰਤ ਰਹੀ ਹੈ। ਅਨੁਮਾਨੇ ਤੇ ਪਰੇ ਲਖਾਈ। ਕਹਿੰਦੇ ਅਨੁਮਾਨ ਤੋਂ ਵੀ ਪਰੇ ਕਿੰਨੀ ਕਿਰਪਾ ਕਰਦੇ ਨੇ, ਉਹਦਾ ਅਨੁਮਾਨ ਵੀ ਨਹੀਂ ਲਾਇਆ ਜਾ ਸਕਦਾ। ਆਪਣੋ ਤਖਤ ਦੇ ਤੈ ਤਾਈ। ਸਿੱਖ ਗੱਲਾਂ ਕਰਦੇ ਨੇ ਆਪਸ ਵਿੱਚ, ਕਹਿੰਦੇ ਜਾਪਦਾ ਹੈ ਕਿ ਸਤਿਗੁਰੂ ਜੀ ਆਪਣਾ ਤਖਤ ਭਾਈ ਲਹਿਣਾ ਜੀ ਨੂੰ ਦੇਣਗੇ, ਕਿਉਂਕਿ ਜਿਹੜੇ ਅਨੁਭਵੀ ਸਿੱਖ ਨੇ ਉਹ ਪਹਿਚਾਣ ਰਹੇ ਨੇ ਕਿ ਗੁਰੂ ਨਾਨਕ ਸਾਹਿਬ ਬਹੁਤ ਕਿਰਪਾ ਕਰ ਰਹੇ ਨੇ ਭਾਈ ਲਹਿਣਾ ਜੀ ਤੇ। ਕਰਨ ਵੀ ਕਿਉਂ ਨਾ, ਭਾਈ ਲਹਿਣਾ ਜੀ ਹੈ ਨਹੀਂ ਐਸੇ। ਤੋ ਇਸ ਕਰਕੇ ਸਿੱਖਾਂ 'ਚ ਚਰਚਾ ਚੱਲਣ ਲੱਗ ਪਈ। ਕਹਿੰਦੇ ਜਾਪਦਾ ਹੈ ਗੁਰੂ ਨਾਨਕ ਪਾਤਸ਼ਾਹ ਆਪਣਾ ਤਖਤ ਭਾਈ ਲਹਿਣਾ ਜੀ ਨੂੰ ਦੇਣਗੇ। ਸ੍ਰੀ ਚੰਦ ਸੁਤ ਲਖਮੀ ਦਾਸੰ। ਗੁਰੂ ਬਾਬਾ ਜੀ ਦੇ ਦੋ ਸਾਹਿਬਜ਼ਾਦੇ ਨੇ, ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ। ਇਨੇ ਦੇ ਕਛ ਨੇ ਪਰਵਾਸੰ। ਕਹਿੰਦੇ ਇਹਨਾਂ ਨੂੰ ਆਪਣਾ ਤਖਤ ਦੇਣ ਕੇ ਨਾ ਦੇਣੇ ਦਾ ਕੋਈ ਭਰੋਸਾ ਨਹੀਂ। ਸਿੱਖ ਗੱਲਾਂ ਕਰਦੇ ਆਪਸ ਵਿੱਚ, ਕਹਿੰਦੇ ਬਾਬਾ ਸ਼੍ਰੀ ਚੰਦ ਜੀ ਜਾਂ ਬਾਬਾ ਲਖਮੀ ਦਾਸ ਜੀ ਨੂੰ ਉਹ ਆਪਣੀ ਵਡਿਆਈ ਦੇਣ ਚਾਹੇ ਨਾ ਦੇਣੇ ਦੇ ਬਾਰੇ ਕੁਝ ਨਹੀਂ ਪਤਾ। ਇਸ ਪ੍ਰਕਾਰ ਸ਼ੋਹਰਤ ਪਈ ਸਾਰੇ। ਪਰ ਭਾਈ ਲਹਿਣਾ ਜੀ ਨੂੰ ਜ਼ਰੂਰ ਤਖਤ ਦੇਣਗੇ ਆਪਣੀ ਗੁਰਿਆਈ ਦਾ, ਇਹ ਜਾਪਦਾ। ਏਦਾਂ ਦੀ ਇਹ ਸੋਭਾ, ਏਦਾਂ ਦੀਆਂ ਇਹ ਕਨਸੋਆਂ ਸਾਰੇ ਪਾਸੇ ਨਿਕਲਣ ਲੱਗੀਆਂ। ਬੈਠੇ ਆਪੇ ਵਿੱਚ ਉਚਾਰੇ। ਜਦੋਂ ਸਿੱਖ ਆਪਸ ਵਿੱਚ ਬੈਠਦੇ, ਬਹਿ ਕੇ ਇਸੇ ਗੱਲ ਦੇ ਉੱਤੇ ਕਈ ਵਾਰੀ ਵਿਚਾਰ ਕਰਦੇ। ਸਿੱਖੀ ਪਰਖੀ ਜਬੇ ਕਿਰਪਾਲਾ। ਜਦੋਂ ਗੁਰੂ ਪਾਤਸ਼ਾਹ ਨੇ ਸਿੱਖੀ ਪਰਖੀ ਸੀ, ਧਾਨਕ ਦਾ ਰੂਪ ਬਣਾਇਆ ਸੀ, ਸਿੱਖਾਂ ਦੀ ਪਰਖ ਕੀਤੀ ਸੀ। ਨਿਸ਼ਚਲ ਰਿਓ ਸਰਬਈ ਕਾਲਾ। ਸਾਰੇ ਸਿੱਖਾਂ ਵਿੱਚ ਇੱਕ ਭਾਈ ਲਹਿਣਾ ਜੀ ਨਿਸ਼ਚਲ ਰਹੇ ਅਖੀਰ ਤੱਕ। ਬਾਕੀ ਸਭ ਮੁੜਾਏ ਸਨ, ਪਰਤਾਏ ਸਨ, ਪਰ ਇੱਕ ਭਾਈ ਲਹਿਣਾ ਜੀ ਨਹੀਂ ਡੋਲੇ, ਅਡੋਲ ਰਹੇ। ਜਾਂ ਤੇ ਦੇਨ ਨਿਆਏ ਹੈ ਤਾਈ। ਇਸ ਕਰਕੇ ਨਿਆਏ ਵੀ ਇਹ ਕਹਿੰਦਾ ਪਰਮੇਸ਼ਰ ਦੇ ਘਰ ਦਾ ਕਿ ਵਡਿਆਈ ਕੇਵਲ ਭਾਈ ਲਹਿਣਾ ਜੀ ਨੂੰ ਹੀ ਮਿਲਣੀ ਚਾਹੀਦੀ ਹੈ। ਨਿਆਏ ਵੀ ਇਹ ਕਹਿੰਦਾ, ਨਿਰੰਕਾਰ ਦੇ ਘਰ ਦਾ ਨਿਆਏ ਵੀ ਇਹੀ ਹੈ ਕਿ ਜਿਸ ਪ੍ਰਕਾਰ ਨਾਲ ਸਿੱਖੀ ਦੀ ਪਰਖ 'ਚ ਭਾਈ ਲਹਿਣਾ ਜੀ ਖਰੇ ਉਤਰੇ ਨੇ, ਵਡਿਆਈ ਉਹਨਾਂ ਨੂੰ ਹੀ ਮਿਲੇਗੀ। ਅਚਰਜ ਕਿਛ ਨਾ ਲਖਿਓ ਮਨ ਮਾਈ। ਕਹਿੰਦੇ ਕੋਈ ਅਚਰਜ ਨਹੀਂ ਹੈ, ਜੋ ਹੱਕਦਾਰ ਹੈ ਉਸੇ ਨੂੰ ਇਹ ਵਡਿਆਈ ਪ੍ਰਾਪਤ ਹੋਣੀ ਹੈ। ਸੋਹਣੀ ਸੁਲੱਖਣੀ ਸੁਧਿਆ ਸਕਾਨਾ। ਇਧਰ ਮਾਤਾ ਸੁਲੱਖਣੀ ਜੀ ਦੇ ਕੰਨਾਂ ਵਿੱਚ ਵੀ ਇਹ ਗੱਲ ਪਈ। ਗੁਰੂ ਨਾਨਕ ਸਾਹਿਬ ਜੀ ਦੇ ਮਹਿਲ ਨੇ ਮਾਤਾ ਸੁਲੱਖਣੀ ਜੀ। ਮਾਤਾ ਸੁਲੱਖਣੀ ਜੀ ਦੇ ਕੰਨਾਂ ਵਿੱਚ ਵੀ ਇਹ ਆਵਾਜ਼ ਪੈਣ ਲੱਗੀ। ਹਿਰਦੇ ਉਪਜਿਓ ਖੂਬ ਮਹਾਨਾ। ਇੱਕਦਮ ਮਾਤਾ ਜੀ ਦੇ ਮਨ ਦੀ ਮਮਤਾ ਜੋ ਆਪਣੇ ਪੁੱਤਰਾਂ ਪ੍ਰਤੀ ਸੀ, ਬਾਬਾ ਸ਼੍ਰੀ ਚੰਦ ਬਾਬਾ ਲਖਮੀ ਦਾਸ ਜੀ ਪ੍ਰਤੀ, ਉਸ ਮਮਤਾ ਦੇ ਵਸ ਹੋ ਕੇ ਇੱਕਦਮ ਹਿਰਦੇ 'ਚ ਖਿਓਬ ਉੱਠਿਆ। ਖਿਓਬ ਕਹਿੰਦੇ ਨੇ ਦੁੱਖ ਹੋਣਾ, ਜਾਂ ਖਿਓਬ ਕਹਿੰਦੇ ਨੇ ਇੱਕਦਮ ਪਰੇਸ਼ਾਨੀ ਹੋ ਜਾਣੀ। ਏਦਾਂ ਮਾਤਾ ਜੀ ਦਾ ਹਿਰਦਾ ਕੁਝ ਖਿਓਬ ਨੂੰ ਪ੍ਰਾਪਤ ਹੋਇਆ। ਚਿੰਤਾ ਤੁਰੋਏ ਤੂਰ ਨਿਆਈ। ਮਾਤਾ ਸੁਲੱਖਣੀ ਜੀ ਭਾਰੀ ਚਿੰਤਾ ਵਿੱਚ ਗਲਤ ਹੋ ਕੇ ਸਤਿਗੁਰਾਂ ਕੋਲ ਆਏ। ਜੈ ਧਰਮਸਾਲ ਹੁਤੇ ਜਗ ਸਾਈ। ਜਿੱਥੇ ਜਗਤ ਸਾਈਂ ਧਰਮਸ਼ਾਲਾ ਵਿੱਚ ਬੈਠੇ ਸਨ, ਦ્વੈ ਸੁਤ ਬੈਠੇ ਤਹਾਂ ਸਮੀਪਾ। ਉੱਥੇ ਨੇੜੇ ਮਹਾਰਾਜ ਜੀ ਦੇ ਦੋਵੇਂ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ, ਬਾਬਾ ਲਖਮੀ ਦਾਸ ਜੀ ਮਹਾਰਾਜ ਬੈਠੇ ਹੋਏ ਨੇ। ਸੀਵੇਂ ਪਦ ਤੇ ਹਣ ਕੁਲ ਦੀਪਾ। ਔਰ ਭਾਈ ਲਹਿਣਾ ਜੀ ਵੀ ਬੈਠੇ ਹੋ ਸਤਿਗੁਰਾਂ ਦੇ ਚਰਨ ਘੁੱਟ ਰਹੇ ਨੇ। ਬਾਕੀ ਕੁਝ ਸਿੱਖ ਮਹਾਰਾਜ ਜੀ ਦੇ ਆਲੇ ਦੁਆਲੇ ਬੈਠੇ ਦਰਸ਼ਨ ਕਰ ਰਹੇ ਨੇ। ਔਰ ਸਿੱਖ ਕੇ ਤਕ ਨਿਜ ਕਾਨੇ।
ਹੋਰ ਵੀ ਕੁਝ ਕੁ ਸਿੱਖ ਨੇੜੇ ਮਹਾਰਾਜ ਜੀ ਦੇ ਕੋਲ ਬੈਠੇ ਨੇ, ਨਜ਼ਦੀਕ ਬੈਠੇ ਨੇ। ਤੈਂ ਚਲ ਆਈ ਮਨ ਮੁਰਝਾਨੇ, ਮੁਰਝਾਏ ਜੇ ਮਨ ਨਾਲ ਚਿੰਤਾ ਤੁਰ ਹੋਏ, ਮਾਤਾ ਸੁਲੱਖਣੀ ਜੀ ਉੱਥੇ ਆਏ ਹਨ। ਬੈਠ ਸਮੀਪ ਕਈ ਅਸਬਾਨੀ, ਆ ਕੇ ਆਪਣੇ ਸਿਰ ਦੇ ਸਾਈਂ ਪਤੀ ਦੇਵ ਨੂੰ ਨਮਸਕਾਰ ਕਰਕੇ ਮਾਤਾ ਜੀ ਥੋੜੇ ਜਿਹੇ ਚਿੰਤਾਤੁਰ ਹੋ ਕੇ ਕੋਲ ਬੈਠ ਗਏ। ਸੁਨ ਸ੍ਰੀ ਚੰਦ ਪਿਤਾ ਗੁਣ ਖਾਨੀ, ਮਾਤਾ ਜੀ ਬੋਲੇ, ਮਾਤਾ ਸੁਲੱਖਣੀ ਜੀ ਕਹਿਣ ਲੱਗੇ, ਹੇ ਸ਼੍ਰੀ ਚੰਦ ਜੀ ਦੇ ਪਿਤਾ, ਮਹਾਰਾਜ ਜੀ ਨੂੰ ਸੰਬੋਧਨ ਕਰਕੇ ਕਿ ਹੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਪਿਤਾ, ਹੇ ਮੇਰੇ ਪਤੀ ਦੇਵ ਸਿਰ ਦੇ ਸਾਈਂ ਸੁਆਮੀ ਜੀ, ਕਿਉਂ ਵਿਪਰੀਤ ਆਪ ਮਨ ਠਾਨੀ। ਆਪ ਜੀ ਨੇ ਇਹ ਵਿਪਰੀਤ ਭਾਵ ਕਿਉਂ ਆਪਣੇ ਮਨ ਚ ਠਾਨਿਆ ਹੈ? ਇਹ ਵਿਪਰੀਤ ਭਾਵ ਕਿ ਪੁੱਤਰਾਂ ਨੂੰ ਛੱਡ ਕੇ ਸੇਵਕ ਨਾਲ ਸਨੇਹ ਕਰ ਰਹੇ ਹੋ, ਇਹ ਵਿਪਰੀਤ ਭਾਵ ਤੁਸੀਂ ਆਪਣੇ ਮਨ ਚ ਕਿਉਂ ਠਾਨਿਆ? ਕਰੋ ਰੀਤ ਜਗ ਪਰਮ ਸੁਹਾਨੀ, ਜਿਹੜੀ ਰੀਤ ਸੰਸਾਰ ਦੀ ਹੈ ਤੁਸੀਂ ਉਹਦੇ ਮੁਤਾਬਕ ਚੱਲੋ। ਜੋ ਸੰਸਾਰ ਦੇ ਵਿੱਚ ਵਿਧੀ ਵਿਧਾਨ ਚੱਲਦਾ ਹੈ ਉਹਦੇ ਮੁਤਾਬਕ ਤੁਹਾਨੂੰ ਚੱਲਣਾ ਚਾਹੀਦਾ ਹੈ। ਸਭ ਵਿਦ ਲਾਇਕ ਤਾਤ ਤੁਮਾਰੇ, ਤੁਹਾਡੇ ਦੋ ਪੁੱਤਰ ਨੇ ਤੇ ਦੋਵੇਂ ਸਰਬ ਪ੍ਰਕਾਰ ਕਰਕੇ ਤੁਹਾਡੇ ਲਾਇਕ ਪੁੱਤਰ ਹਨ। ਪ੍ਰੀਤ ਨ ਕਰੋ ਤਿਨਿਓ ਸੰਘਾਰੇ, ਪਰ ਮੈਂ ਇਸ ਕਰਕੇ ਅਚਰਜ ਤੇ ਹੈਰਾਨ ਤੇ ਚਿੰਤਾ ਤੋਰਾਂ ਕਿ ਤੁਸੀਂ ਆਪਣੇ ਪੁੱਤਰਾਂ ਨਾਲ ਪ੍ਰੀਤ ਨਹੀਂ ਕਰਦੇ। ਤੁਹਾਡੇ ਲਾਇਕ ਸੁਪੁੱਤਰ ਨੇ ਪਰ ਤੁਸੀਂ ਆਪਣੇ ਪੁੱਤਰਾਂ ਨਾਲ ਕੋਈ ਪ੍ਰੀਤ ਨਹੀਂ ਕਰਦੇ। ਜਗ ਮੈਂ ਜਿਨ ਤੇ ਬੰਸ ਬਧੇਰਾ, ਜਿਨ੍ਹਾਂ ਤੋਂ ਤੁਹਾਡਾ ਬੰਸ ਚੱਲਣਾ ਸੰਸਾਰ ਵਿੱਚ ਬੇਦੀਆਂ ਦਾ, ਸੁਜਸ ਹੋਏ ਸਭ ਵਿਖੇ ਕਨੇਰਾ। ਤੁਹਾਡਾ ਸੁਜਸ, ਤੁਹਾਡੀ ਮਹਿਮਾ ਤੇ ਵਡਿਆਈ ਸਾਰੇ ਪਾਸੇ ਤੁਹਾਡੇ ਬੰਸ ਕਰਕੇ ਪ੍ਰਗਟ ਹੋਣੀ ਹੈ। ਰਹੇ ਨਾਮ ਜਿਨ ਤੇ ਬਖਿਆਤੀ, ਜਿਨ੍ਹਾਂ ਕਰਕੇ ਤੁਹਾਡਾ ਨਾਮ ਸੰਸਾਰ 'ਚ ਪ੍ਰਗਟ ਰਹੇਗਾ। ਅਮਕੇ ਕੀ ਕੁਲ ਜਗਤ ਸੁਹਾਤੀ, ਲੋਕ ਆਖਣਗੇ ਵੇਖੋ ਇਹ ਗੁਰੂ ਨਾਨਕ ਸਾਹਿਬ ਦੀ ਕੁਲ ਹੈ, ਇਹ ਗੁਰੂ ਨਾਨਕ ਸਾਹਿਬ ਦੀ ਅੰਸ਼ ਹੈ। ਏਦਾਂ ਤੁਹਾਡੀ ਅੰਸ਼ ਨੂੰ ਵੇਖ ਕੇ ਤੁਹਾਨੂੰ ਚੇਤੇ ਕਰਨਗੇ। ਅਸ ਗੁਣਕਾਰ ਸੁਤਨ ਕੋ ਤਿਆਗਾ, ਤੁਸੀਂ ਆਪਣੇ ਇਹੋ ਜਿਹੇ ਗੁਣਕਾਰੀ ਪੁੱਤਰਾਂ ਦਾ ਤਿਆਗ ਕਰ ਦਿੱਤਾ। ਜਿਹੜੇ ਇਹੋ ਜਿਹੇ ਤੁਹਾਡੇ ਗੁਣਕਾਰੀ ਪੁੱਤ ਨੇ ਉਹਨਾਂ ਦਾ ਤੁਸੀਂ ਤਿਆਗ ਕਰ ਦਿੱਤਾ। ਕਰੋ ਦਾਸ ਪਰ ਬੋ ਅਨੁਰਾਗਾ, ਇਹ ਸ੍ਰੀ ਚੰਦ ਜੀ ਦੇ ਪਿਤਾ, ਤੁਸੀਂ ਆਪਣੇ ਪੁੱਤਰਾਂ ਦਾ ਤਿਆਗ ਕਰਕੇ ਆਪਣੇ ਸੇਵਕਾਂ ਨਾਲ, ਜਿਹੜੇ ਤੁਹਾਡੇ ਘਰ ਦੇ ਸੇਵਕ ਨੇ, ਉਹਨਾਂ ਨਾਲ ਅਨੁਰਾਗ ਕਰ ਰਹੇ ਹੋ। ਇਸ਼ਾਰਾ ਸੀ ਭਾਈ ਲਹਿਣਾ ਜੀ ਵੱਲ ਕਿ ਤੁਸੀਂ ਆਪਣੇ ਸੇਵਕਾਂ ਨਾਲ ਅਨੁਰਾਗ ਕਰਦੇ ਹੋ, ਪੁੱਤਰਾਂ ਦਾ ਤਿਆਗ ਕਰਕੇ। ਦੋਹਰਾ ਬਹੁਰ ਕਲਾ ਨਿਜ ਵਸਤ ਜੋ ਦਈ ਚੈਤੋ ਤਾਏ। ਔਰ ਫਿਰ ਤੁਸੀਂ ਆਪਣੀ ਕਲਾ, ਆਪਣੀ ਵਸਤ ਆਪਣੇ ਸੇਵਕ ਨੂੰ ਦੇਣਾ ਚਾਹੁੰਦੇ ਹੋ। ਜੋ ਮੈਨੂੰ ਪਤਾ ਲੱਗ ਰਿਹਾ ਹੈ ਕਿ ਤੁਸੀਂ ਆਪਣੇ ਦਾਸ ਨੂੰ ਆਪਣੀ ਕਲਾ ਵੀ ਔਰ ਆਪਣੀ ਵਸਤ ਵੀ ਦੇਣਾ ਚਾਹੁੰਦੇ ਹੋ। ਤਾਤਨ ਤੇ ਅਧਿਕਾਏ ਕਰ ਬੈਠਾ ਲੋ ਜਗ ਮਾਏ। ਤੁਸੀਂ ਆਪਣੇ ਪੁੱਤਰਾਂ ਤੋਂ ਆਪਣੇ ਸੇਵਕ ਨੂੰ ਵੱਡਾ ਕਰਕੇ ਇਸ ਜਗਤ 'ਚ ਬਿਠਾਓਗੇ, ਪੁੱਤਰਾਂ ਨੂੰ ਛੋਟਾ ਰੱਖੋਗੇ ਔਰ ਆਪਣੇ ਦਾਸ ਨੂੰ ਪੁੱਤਰਾਂ ਤੋਂ ਵੱਡਾ ਕਰਕੇ ਜਗਤ ਵਿੱਚ ਬਿਠਾਓਗੇ। ਜੋ ਪਈ ਅਵਤਾਰਾਦਿਕ ਭਈ ਅਗਾਰੀ, ਇਹ ਤੁਹਾਡੀ ਵਿਪਰੀਤ ਬਾਤ ਹੈ। ਪਹਿਲਾਂ ਵੀ ਬੜੇ ਬੜੇ ਅਵਤਾਰੀ ਪੁਰਸ਼ ਹੋਏ ਨੇ ਜਗਤ ਵਿੱਚ, ਕਿਨੋ ਨ ਤਬ ਐਸੀ ਮਤ ਧਾਰੀ। ਉਹਨਾਂ ਅਵਤਾਰਾਂ ਨੇ ਵੀ ਕਦੇ ਐਸੀ ਮਤ ਨਹੀਂ ਧਾਰਨ ਕੀਤੀ ਹੋਤ ਸੁਤਨ ਕੇ ਦਾਸ ਬਧਾਵਾ, ਕਿ ਉਹਨਾਂ ਨੇ ਆਪਣੇ ਪੁੱਤਰਾਂ ਦੇ ਹੁੰਦਿਆਂ ਆਪਣੇ ਦਾਸਾਂ ਨੂੰ ਵਡਿਆਈ ਦਿੱਤੀ ਹੋਵੇ। ਬੜੇ ਬੜੇ ਅਵਤਾਰੀ ਮਹਾਂਪੁਰਸ਼ ਹੋਏ, ਉਹਨਾਂ ਸਾਰਿਆਂ ਅਵਤਾਰਾਂ ਨੇ ਆਪਣੇ ਦਾਸ ਨੂੰ ਆਪਣੇ ਪੁੱਤਰਾਂ ਤੋਂ ਵਧਾ ਕੇ ਨਹੀਂ ਬਿਠਾਇਆ। ਨਿਜ ਅਸਥਾਨੇ ਤਾਏ ਬਿਠਾਵਾ, ਉਹਨਾਂ ਨੇ ਆਪਣੇ ਪੁੱਤਰਾਂ ਨੂੰ ਆਪਣੀ ਥਾਂ ਤੇ ਬਿਠਾਇਆ। ਆਪਣਾ ਰਾਜ ਭਾਗ ਆਪਣੇ ਪੁੱਤਰਾਂ ਨੂੰ ਦੇ ਕੇ ਨਿਵਾਜਿਆ। ਬਾਤ ਨਨੀ ਕੀ ਲਿਓ ਵਿਚਾਰੀ, ਪਰ ਹੇ ਮਹਾਰਾਜ, ਇਹ ਗੱਲ ਸਹੀ ਨਹੀਂ, ਆਪ ਜੀ ਵਾਸਤੇ ਭਲੀ ਨਹੀਂ ਕਿ ਤੁਸੀਂ
ਆਪਣੇ ਪੁੱਤਰਾਂ ਦਾ ਤਿਆਗ ਕਰਕੇ ਆਪਣੇ ਦਾਸ ਨੂੰ ਵਡਿਆਈ ਦੇਵੋ। ਜੋ ਹਿਰਦੇ ਇਉ ਚਾਹਾ ਤੁਮਾਰੀ, ਜੇ ਤੁਹਾਡੇ ਹਿਰਦੇ 'ਚ ਇਹ ਚਾਹਨਾ ਹੈ, ਸੰਤਤ ਚਿਤ ਮੈਂ ਤਾਪ ਹੈ ਨੀਤੀ, ਤੇ ਫਿਰ ਤੁਹਾਡੀ ਜਿਹੜੀ ਸੰਤਾਨ ਹੈ ਇਹ ਚਿੱਤ ਵਿੱਚ ਨਿਤ ਤਪੇਗੀ, ਸਦਾ ਦੁਖੀ ਹੋਵੇਗੀ। ਸੁਖ ਨੈ ਪਾਵੈ ਪਿਖੈ ਅਨੀਤੀ, ਇਸ ਅਨੀਤੀ ਨੂੰ ਵੇਖ ਕੇ ਤੁਹਾਡੀ ਸੰਤਾਨ ਨੂੰ ਸੁਖ ਥੋੜੀ ਮਿਲੇਗਾ। ਜਦੋਂ ਉਹਨਾਂ ਦੇ ਹੁੰਦਿਆਂ ਤੁਸੀਂ ਦਾਸ ਨੂੰ ਵਡਿਆਈ ਦਿਓਗੇ ਤਾਂ ਫਿਰ ਉਹ ਵੇਖ ਕੇ ਦੁਖੀ ਹੋਣਗੇ, ਤਾਂ ਸੁਭਾਵਕ ਹੈ। ਭਗਤ ਵਚਲ ਸੁਨ ਕੈ ਅਸਬਾਨੀ, ਜਦੋਂ ਜਗਤ ਮਾਤਾ ਸੁਲੱਖਣੀ ਜੀ ਨੇ ਸਤਿਗੁਰੂ ਜੀ ਨੂੰ ਇਸ ਤਰ੍ਹਾਂ ਬੇਨਤੀ ਕੀਤੀ, ਭਗਤ ਵਚਲ ਪਰਮ ਪਿਆਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਬੇਨਤੀ ਸੁਣੀ। ਕਿਤਕ ਕਾਲ ਲੋ ਤੂਸ਼ਨ ਠਾਨੀ, ਮਹਾਰਾਜ ਜੀ ਕੁਝ ਨਹੀਂ ਬੋਲੇ। ਕੁਝ ਸਮੇਂ ਲਈ ਸਤਿਗੁਰੂ ਜੀ ਬਿਲਕੁਲ ਚੁੱਪ ਹੋ ਗਏ, ਮੌਨ ਹੋ ਗਏ। ਤੈ ਚਿਨ ਲੈ ਮੁਖ ਕਮੰਜਾਰੀ, ਪਾਤਸ਼ਾਹ ਨੇ ਲੀਲਾ ਵਰਤਾਈ ਵੀ ਸਾਹਮਣੇ ਇੱਕਦਮ ਪਰਖ ਕੇ ਵਿਖਾ ਦਈਏ ਵੀ ਕਿਉਂ ਦਾਸ ਨਾਲ ਹਿੱਤ ਕਰਦੇ ਆ। ਉਹ ਪਾਤਸ਼ਾਹ ਨੇ ਪ੍ਰਤੱਖ ਖੇਡ ਵਰਤਾਣੀ ਸੀ। ਕਹਿੰਦੇ ਐਨੇ ਨੂੰ ਹਾਲੇ ਗੱਲ ਮਾਤਾ ਜੀ ਕਹਿ ਕੇ ਹਟੇ ਹੀ ਸਨ ਕਿ ਇੱਕ ਬਿੱਲੀ ਧਰਮਸ਼ਾਲਾ ਵਿੱਚ ਆ ਗਈ, ਉਹਦੇ ਮੂੰਹ ਵਿੱਚ ਮਰੀ ਹੋਈ ਚੂਹੀ ਸੀ। ਅਰਧ ਚਰਬ ਕਰ ਗੇਰਿਆ ਗਾਰੀ, ਉਹ ਚੂਹੀ ਉਹਨੇ ਖਾਧੀ ਨਹੀਂ, ਹਾਲੇ ਅੱਧੀ ਕ ਚੱਬੀ ਹੋਈ, ਤੇ ਅੱਧੀ ਕ ਚੱਬੀ ਹੋਈ ਉਹਦੇ ਮੂੰਹ ਵਿੱਚੋਂ ਉੱਥੇ ਡਿੱਗ ਗਈ। ਸਿੱਖਨ ਡਰਾਈ ਭੈ ਕਰ ਭਾਗੀ, ਸਿੱਖਾਂ ਨੇ ਏਦਾਂ ਛਚਕਾਰ ਕੇ ਡਰਾਇਆ ਤੇ ਉਹ ਡਰ ਕੇ ਬਿੱਲੀ ਮਰੀ ਹੋਈ ਚੂਹੀ ਆਪਣੇ ਮੂੰਹ ਚੋਂ ਸੁੱਟ ਕੇ ਨਾ ਉੱਥੇ ਹੀ ਦਰਬਾਰ 'ਚ ਹੀ ਉਹ ਭੱਜ ਗਈ। ਮੁਖਕ ਪਰੀ ਰਹੀ ਤੈ ਆਗੇ, ਮਰੀ ਹੋਈ ਚੂਹੀ ਮਹਾਰਾਜ ਜੀ ਦੇ ਸਾਹਮਣੇ ਕੁਝ ਦੂਰੀ ਤੇ ਧਰਮਸ਼ਾਲਾ ਦੇ ਅੰਦਰ ਦਰਬਾਰ 'ਚ ਹੀ ਪਈ ਹੋਈ ਹੈ। ਕਿਰਪਾ ਨਿਦਾਨ ਜਬੇ ਜਖ ਦੇਖੀ, ਕਿਰਪਾ ਨਿਧਾਨ ਸਤਿਗੁਰੂ ਜੀ ਨੇ ਜਦੋਂ ਉਸ ਮੁਰਦਾ ਚੂਹੀ ਨੂੰ ਆਪਣੇ ਸਾਹਮਣੇ ਪਿਆ ਵੇਖਿਆ, ਕਰਨ ਸੁਲੱਖਣੀ ਨਿਸ਼ਾ ਵਿਸ਼ੇ ਕੀ, ਮਾਤਾ ਸੁਲੱਖਣੀ ਨੂੰ ਜਵਾਬ ਦੇਣਾ ਸੀ। ਪਾਤਸ਼ਾਹ ਜੀ ਉਦਾਂ ਮੁੱਕੋ ਕਹਿੰਦੇ ਸ਼ਾਇਦ ਮਾਤਾ ਜੀ ਦੇ ਮਨ ਦੀ ਖਾਤਰ ਜਮਾ ਨਾ ਹੁੰਦੀ, ਨਿਸ਼ਚਾ ਨਾ ਬਣਦਾ। ਸਤਿਗੁਰਾਂ ਨੇ ਲੀਲਾ ਹੀ ਏਦਾਂ ਵਰਤਾਈ ਵੀ ਮਾਤਾ ਸੁਲੱਖਣੀ ਨੂੰ ਜਵਾਬ ਵੀ ਮਿਲ ਜਾਏ ਤੇ ਸਮਝ ਵੀ ਆ ਜਾਏ ਵੀ ਅਸੀਂ ਆਪਣੇ ਸੇਵਕ ਭਾਈ ਲਹਿਣੇ ਨਾਲ ਪ੍ਰੇਮ ਕਿਉਂ ਕਰਦੇ ਹਾਂ। ਪਾਤਸ਼ਾਹ ਨੇ ਉਸ ਵਕਤ ਇਹ ਖੇਡ ਵਰਤਾਈ। ਸ੍ਰੀ ਚੰਦ ਸੋ ਗਿਰਾ ਅਲਾਈ, ਬਾਬਾ ਸ਼੍ਰੀ ਚੰਦ ਜੀ ਨੂੰ ਮਹਾਰਾਜ ਜੀ ਬੋਲੇ, ਮੁਖਕ ਪਰੀ ਨ ਭਲ ਏ ਥਾਈ, ਮਹਾਰਾਜ ਜੀ ਕਹਿੰਦੇ ਬੇਟਾ ਸ਼੍ਰੀ ਚੰਦ ਇਹ ਮਰੀ ਹੋਈ ਚੂਹੀ ਦਰਬਾਰ ਵਿੱਚ ਪਈ ਇੱਥੇ ਚੰਗੀ ਨਹੀਂ ਲੱਗਦੀ। ਨਿਜ ਕਰ ਸੰਗ ਉਚਾਏ ਲਿਜਾਵੋ, ਲਾਲ ਜੀ ਉਠੋ, ਇਹ ਚੂਹੀ ਆਪਣੇ ਹੱਥਾਂ ਨਾਲ ਚੁੱਕ ਕੇ ਤੇ ਬਾਹਰ ਕਿਤੇ ਸੁੱਟਾਓ। ਬਾਹਿਰ ਦਰਗੇ ਰੋ ਪੁੰਨਿਆਵੋ, ਧਰਮਸ਼ਾਲਾ ਚੋਂ ਦਰਬਾਰ ਚੋਂ ਬਾਹਰ ਸੁੱਟ ਕੇ ਤੇ ਫੇਰ ਆ ਜਾਓ ਵਾਪਸ। ਸ੍ਰੀ ਚੰਦ ਸੁਨ ਬੈਨਿਆ ਲਾਏ, ਮਹਾਰਾਜ ਜੀ ਦੇ ਬਚਨ ਸੁਣ ਕੇ ਬਾਬਾ ਸ਼੍ਰੀ ਚੰਦ ਜੀ ਬੋਲੇ, ਦੇਖੇ ਮੈਂ ਇਸ਼ਟੀ ਬਹੁ ਥਾਏ, ਬਾਬਾ ਜੀ ਕਹਿਣ ਲੱਗੇ ਜੀ ਮੈਂ ਬੜੇ ਬੜੇ ਇਸ਼ਟੀ ਵੇਖੇ ਨੇ। ਇਸ਼ਟੀ ਕਹਿੰਦੇ ਜਿਹੜੇ ਕਲਾ ਵਿਖਾਉਣ ਵਾਲੇ ਹੁੰਦੇ, ਕਰਮਤ ਵਿਖਾਉਣ ਵਾਲੇ। ਬਾਬਾ ਜੀ ਕਹਿੰਦੇ ਮਹਾਰਾਜ ਜੀ ਪਿਤਾ ਜੀ ਮੈਂ ਬੜੇ ਬੜੇ ਖਾਲਨ ਕੀ ਮੰਝਾਰ ਬਨਾਵਤ, ਉਹ ਖੱਲਾਂ ਦੀ ਨਾ ਉਦਾਂ ਹੀ ਖਾਲੀ ਖੱਲਾਂ ਹੁੰਦੀਆਂ, ਉਹਦੀ ਬਿੱਲੀ ਬਣਾ ਦਿੰਦੇ ਕਰਾਮਾਤ ਨਾਲ, ਉਹਦੀ ਬਿੱਲੀ ਬਣਾ ਕੇ ਵਿਖਾ ਦਿੰਦੇ ਨੇ। ਪੰਖ ਕਬੂਤਰ ਕਰੇ ਉਡਾਵਤ, ਔਰ ਖੰਭ ਜੇ ਹੱਥ 'ਚ ਫੜ ਕੇ ਉਹਨਾਂ ਦਾ ਕਬੂਤਰ ਬਣਾ ਕੇ ਉਡਾ ਦਿੰਦੇ ਨੇ। ਕਰੋ ਰੀਤ ਕਛ ਤਿਨੇ ਸਮਾਨਾ, ਮੈਨੂੰ ਲੱਗਦਾ ਤੁਸੀਂ ਮੇਰੇ ਨਾਲ ਵੀ ਕੁਝ ਏਦਾਂ ਦੀ ਖੇਡ ਕਰ ਰਹੇ ਹੋ ਵੀ ਉਹ ਖੱਲ ਦੀ ਬਿੱਲੀ ਜੀ ਮੰਗਾਈ ਸੀ ਤੇ ਇਹ ਵੀ ਨਕਲੀ ਚੂਹਾ ਹੀ ਜਾਪਦਾ ਜਿਹੜਾ ਪਿਆ ਹੋਇਆ। ਕਹਿੰਦਾ ਜੀ ਬਾਬਾ ਜੀ ਕਹਿੰਦੇ ਸ਼੍ਰੀ ਚੰਦ ਜੀ ਮਹਾਰਾਜ ਜੀ ਲੱਗਦਾ ਤੁਸੀਂ ਮੇਰੇ ਨਾਲ ਵੀ ਕੁਝ ਏਦਾਂ ਦੀ ਖੇਡ ਕਰਨ ਲੱਗੇ ਹੋ। ਠੱਠਿਓ ਕਪਟ ਤੁਮ ਮੈਂ ਮਨ ਜਾਨਾ, ਤੁਸੀਂ ਏਦਾਂ ਦੀ ਖੇਡ ਵਰਤਾ ਕੇ ਮੈਨੂੰ ਭਰਵਾਉਣਾ ਚਾਹੁੰਦੇ ਹੋ, ਮੈਂ ਇਹ ਜਾਣ ਲਿਆ। ਸ਼ੂਕਰ ਕੂਕਰ ਨਿਜ ਸੰਗ ਲਾਏ, ਪਹਿਲਾਂ ਵੀ ਤੁਸੀਂ ਕੁਝ ਦਿਨ ਹੋਏ ਆਪਣੇ ਨਾਲ ਕੁੱਤੇ ਸੂਰ ਆਦਿਕ ਲਾ ਕੇ ਲੈ ਲਏ। ਵੈਰ ਫਿਰੇ ਸ਼ਵ ਕੋ ਦਿਖ ਰਾਏ, ਬਾਹਰ ਜਾ ਕੇ ਤੁਸੀਂ ਮੁਰਦਾ ਵਿਖਾਇਆ ਤੇ ਬਾਅਦ ਚ ਉੱਥੇ ਮੁਰਦਾ ਹੈ ਹੀ ਨਹੀਂ ਸੀ, ਉੱਥੇ ਕੜਾਹ ਪ੍ਰਸ਼ਾਦ ਸੀ। ਵੀ ਏਦਾਂ ਕੁਝ ਦਿਨ ਪਹਿਲਾਂ ਵੀ ਤੁਸੀਂ ਕੀਤਾ। ਕਰ ਕਹਿ ਦੇਰੋ ਤੇ ਹਾਵਲ ਸੋਈ, ਸਾਰਿਆਂ ਨੂੰ ਨਾਲ ਲੈ ਕੇ ਉੱਥੇ ਮੁਰਦਾ ਵਿਖਾਇਆ, ਜਦੋਂ ਚਾਦਰਾ ਚੁੱਕਿਆ ਤੇ ਉੱਥੇ ਮੁਰਦਾ ਹੈ ਹੀ ਨਹੀਂ, ਉੱਥੇ ਤਿਹਾਵਲ ਸੀ।
ਕੜਾ ਪ੍ਰਸ਼ਾਦ ਸੀ। ਉਹ ਐਸੋ ਚੱਲ ਬਹਰੋ ਹੋਈ। ਲੱਗਦਾ ਤੁਸੀਂ ਅੱਜ ਵੀ ਮੇਰੇ ਨਾਲ ਕੋਈ ਏਦਾਂ ਦਾ ਹੀ ਛਲ ਕਰਨ ਲੱਗੇ। ਇਹ ਜਿਹੜੀ ਮਰੀ ਚੂਹੀ ਅਚਾਨਕ ਵਿਖਾ ਦਿੱਤੀ ਆ ਤੁਸੀਂ ਇੱਥੇ, ਉਹ ਬਿੱਲੀ ਖਬਰੇ ਕਿੱਥੋਂ ਆ ਗਈ, ਬੰਦੇ ਬੈਠੇ ਹੋ ਇਹਨਾਂ ਵਿੱਚ ਕਿਵੇਂ ਆ ਸਕਦੀ ਸੀ? ਇਹ ਵੀ ਤੁਹਾਡਾ ਕੋਈ ਛਲ ਹੀ ਲੱਗਦਾ ਮੈਨੂੰ। ਮੁਝ ਬਿਲੋਕ ਨੇ ਚਾਹ ਨਾ ਕੋਈ। ਬਾਬਾ ਸ਼੍ਰੀ ਚੰਦ ਕਹਿੰਦੇ ਜੀ ਮੈਂ ਨਹੀਂ ਤੁਹਾਡਾ ਕੋਈ ਇਦਾਂ ਦਾ ਇਹ ਛਲ ਵੇਖਣਾ, ਮੈਨੂੰ ਕੋਈ ਇੱਛਾ ਨਹੀਂ ਵੇਖਣ ਦੀ। ਹੋਣਾ ਚਾਵੋ ਮਿਰਤਕ ਜੋਈ। ਮੈਂ ਨਹੀਂ ਚੁੱਕਣੀ ਜਾ ਕੇ ਮੁਰਦਾ ਪਈ ਹੋਈ ਚੂਹੀ ਜਿਹੜੀ ਤੁਸੀਂ ਕਹਿੰਦੇ ਹੋ ਚੁੱਕਣ ਨੂੰ। ਅਸ ਕਹਿ ਤੂਸ਼ਨ ਮੁਕਤੇ ਠਾਨੀ। ਏਦਾਂ ਕਹਿ ਕੇ ਬਾਬਾ ਸ਼੍ਰੀ ਚੰਦ ਜੀ ਚੁੱਪ ਕਰ ਗਏ। ਦੁਤੀਏ ਤਾਤ ਸੋ ਕਹਿ ਗੁਰ ਬਾਨੀ। ਬਾਦਸ਼ਾਹ ਨੇ ਆਪਣੇ ਦੂਜੇ ਸੇਵਕ ਦੂਜੇ ਸੁਪੁੱਤਰ ਬਾਬਾ ਲਖਮੀ ਦਾਸ ਜੀ ਨੂੰ ਕਿਹਾ, ਲਖਮੀ ਦਾਸ ਸੁਨੋ ਸੋ ਉਠਾਵੋ। ਕਿਹਾ ਬੇਟਾ ਲਖਮੀ ਦਾਸ ਜਾਓ ਤੁਸੀਂ ਉੱਠੋ, ਤੁਸੀਂ ਜਾ ਕੇ ਚੁੱਕ ਕੇ ਬਾਹਰ ਸੁੱਟਾਓ। ਨਿਕਟ ਨੀਕੇ ਵਹਿਰ ਬਗਾਵੋ। ਇੱਥੇ ਕੋਲ ਪਈ ਦਰਬਾਰ 'ਚ ਮਰੀ ਚੂਹੀ ਚੰਗੀ ਨਹੀਂ ਲੱਗਦੀ, ਤੁਸੀਂ ਚੁੱਕ ਕੇ ਬਾਹਰ ਸੁੱਟਾਓ। ਤਬ ਬੋਲੇ ਰੋਸੋ ਸੁਨੀਏ ਤਾਤਾ। ਬਾਬਾ ਲਖਮੀ ਦਾਸ ਜੀ ਅੱਗੋਂ ਬੋਲੇ, ਕਹਿਣ ਲੱਗੇ ਪਿਤਾ ਜੀ ਸੁਣੋ, ਹਮਕੋ ਉਚਿਤ ਨਾ ਐਸੀ ਬਾਤਾ। ਕਹਿਣ ਲੱਗੇ ਮਹਾਰਾਜ ਜੀ ਮੇਰੇ ਵਾਸਤੇ ਕੰਮ ਉਚਿਤ ਨਹੀਂ, ਮੈਂ ਤੁਹਾਡਾ ਪੁੱਤਰ ਹਾਂ, ਮੇਰੇ ਵਾਸਤੇ ਇਹੋ ਜਿਹਾ ਕੰਮ ਉਚਿਤ ਨਹੀਂ। ਮਿਰਤਕ ਮੂਖ ਕੀ ਹੱਥ ਨ ਲਾਵੋ। ਕਿ ਮਰੀ ਹੋਈ ਚੂਹੀ ਮੈਂ ਚੁੱਕਾਂ, ਮੈਂ ਤਾਂ ਹੱਥ ਵੀ ਨਹੀਂ ਲਾ ਸਕਦਾ। ਕਹੋ ਤਾਂ ਔਰ ਪਾਸੇ ਉਚਵਾਵੋ। ਜੇ ਕਹੋ ਤਾਂ ਕਿਸੇ ਸੇਵਾਦਾਰ ਨੂੰ ਕਹਿ ਕੇ, ਨੌਕਰ ਨੂੰ ਕਹਿ ਕੇ ਮੈਂ ਚੁਕਵਾ ਦੇਣਾ। ਅਸ ਕਹਿ ਤੂਸ਼ਨ ਮਾਨ ਵਿਸ਼ੇਖਾ। ਲਖਮੀ ਦਾਸ ਜੀ ਦਾ ਰਾਜਿਆਂ ਬਾਦਸ਼ਾਹਾਂ ਵਾਲਾ ਪਹਿਰਾ ਸੀ। ਉਹ ਕਹਿੰਦੇ ਮਹਾਰਾਜ ਜੀ ਮੈਂ ਨਹੀਂ ਚੁੱਕ ਸਕਦਾ, ਮੈਂ ਨਹੀਂ ਇਹਨੂੰ ਹੱਥ ਲਾ ਸਕਦਾ। ਇਹ ਕਹਿ ਕੇ ਬਾਬਾ ਲਖਮੀ ਦਾਸ ਜੀ ਵੀ ਚੁੱਪ ਕਰ ਗਏ। ਤਬ ਲੈਣੇ ਦਿਸ਼ ਸ੍ਰੀ ਗੁਰ ਦੇਖਾ। ਮਹਾਰਾਜ ਜੀ ਨੇ ਆਪਣੇ ਪਰਮ ਪਿਆਰੇ ਸੇਵਕ ਭਾਈ ਲਹਿਣਾ ਜੀ ਵੱਲ ਵੇਖਿਆ। ਉਠੋ ਤੂੰ ਹੀ ਕਰਤਾਰ ਪਿਆਰੇ। ਮਹਾਰਾਜ ਜੀ ਕਹਿੰਦੇ ਹੇ ਪੁਰਖਾ, ਹੇ ਕਰਤਾਰ ਦੇ ਪਿਆਰੇ, ਹੁਣ ਤੂੰ ਹੀ ਉੱਠ। ਮੁਕਤ ਚਾਏ ਵੈਰ ਦੇ ਉਡਾਰੇ। ਚੂਹੀ ਚੁੱਕ ਕੇ ਬਾਹਰ ਸੁੱਟ ਦੇ। ਆਦੋ ਬਚਨ ਸੁਨਤ ਤਤਕਾਲਾ। ਹਲੇ ਮਹਾਰਾਜ ਜੀ ਨੇ ਮੂੰਹੋਂ ਪੂਰਾ ਬਚਨ ਨਹੀਂ ਸੀ ਹੋਇਆ, ਹਲੇ ਅੱਧਾ ਬਚਨ ਹੋਇਆ ਸੀ। ਉੱਠੋ ਗੁਰੂ ਕੇ ਪਿਆਰੇ, ਤੁਸੀਂ ਹਾਲੇ ਇੰਨਾ ਕੀ ਬਚਨ ਕਿਹਾ, ਪੂਰਾ ਬਚਨ ਹਾਲੇ ਕਹਿਣਾ ਸੀ। ਭਾਈ ਲਹਿਣਾ ਜੀ ਅੱਧਾ ਬਚਨ ਸੁਣਦੇ ਹੀ ਉੱਠ ਖਲੋਤੇ। ਉਠੇ ਉਠਾਈ ਤੁਰਤ ਵਿਸ਼ਾਲਾ। ਬਿਨਾਂ ਕਿਸੇ ਗਲਾਨੀ ਤੋਂ, ਬਿਨਾਂ ਕਿਸੇ ਕਰੀਚ ਤੋਂ ਜਾ ਕੇ ਕਹਿੰਦੇ ਉਹ ਚੂਹੀ ਚੁੱਕੀ। ਕੇਤਕ ਦੂਰ ਜਾਏ ਸੋ ਡਾਰੀ। ਚੱਕ ਕੇ ਗੁਰੂ ਸਾਹਿਬ ਦੀ ਧਰਮਸ਼ਾਲਾ ਚੋਂ, ਦਰਬਾਰ ਚੋਂ ਬਾਹਰ ਦੂਰ ਜਾ ਕੇ ਸੁਟਾਏ। ਤੈ ਚਿਨ ਸ੍ਰੀ ਗੁਰ ਗਿਰਾ ਉਚਾਰੀ। ਜਦੋਂ ਭਾਈ ਲਹਿਣਾ ਜੀ ਚਲੇ ਗਏ ਨਾ, ਮਾਤਾ ਸੁਲੱਖਣੀ ਜੀ ਉੱਥੇ ਹੀ ਬੈਠੇ, ਸਾਹਿਬਜ਼ਾਦੇ ਵੀ ਬੈਠੇ, ਕੁਝ ਸਿੱਖ ਵੀ ਬੈਠੇ। ਫਿਰ ਗੁਰੂ ਨਾਨਕ ਪਾਤਸ਼ਾਹ ਜੀ ਬੋਲੇ, ਮੂਲੇ ਸੁਤਾ ਵੇਖੋ ਮਨ ਗੁਨੀਏ। ਮਹਾਰਾਜ ਜੀ ਕਹਿੰਦੇ ਮੂਲ ਚੰਦ ਦੀਏ ਧੀਏ ਸੁਣ। ਬਾਬਾ ਮੂਲ ਚੰਦ ਜੀ ਦੀ ਸੁਪੁੱਤਰੀ ਸਨ ਮਾਤਾ ਸੁਲੱਖਣੀ ਜੀ। ਮਹਾਰਾਜ ਜੀ ਕਹਿੰਦੇ ਭਾਗਵਾਨ ਨੇ ਸੁਣ, ਤੇਰੇ ਸਵਾਲ ਦਾ ਜਵਾਬ ਹੈ। ਇਹ ਨਿਜ ਸੁਤ ਸੋ ਪਰ ਸੁਤ ਜਨੀਏ। ਇਹ ਤੇਰੇ ਪੁੱਤ ਬੈਠੇ ਨੇ ਤੇ ਉਹ ਬਗਾਨਾ ਪੁੱਤ ਜਿਹਨੂੰ ਤੂੰ ਕਹਿੰਦੀ ਆ ਵੀ ਉਹ ਪਰਾਇਆ ਪੁੱਤ ਹੈ, ਉਹ ਪਰਾਇਆ ਪੁੱਤ ਹੈ। ਹੁਣ ਦੋਵਾਂ ਦੀ ਵਿਚਾਰ ਤੈਂ ਕਰ ਲੈ ਕਿ ਅਸੀਂ ਕਿਹਦੇ ਤੇ ਰੀਝਣਾ, ਕਿਹਦੇ ਅੰਦਰ ਆਪਣੀ ਜੋਤ ਟਿਕਾਣੀ। ਤੈਨੂੰ ਉਹ ਬਗਾਨਾ ਪ੍ਰਤੀਤ ਹੁੰਦਾ ਹੈ, ਮੇਰੇ ਲਈ ਇਹ ਸਾਰਾ ਸੰਸਾਰ ਆਪਣਾ ਹੈ, ਕੋਈ ਵੀ ਬਗਾਨਾ ਨਹੀਂ। ਇਹ ਤੇਰੇ ਆਪਣੇ ਪੁੱਤ ਨੇ, ਉਹ ਜਿਹਨੂੰ ਤੂੰ ਬਗਾਨਾ ਪੁੱਤ ਕਹਿੰਦੀ ਆ ਉਹ ਹੈ। ਮਾਨੇ ਕਰਿਓ ਨਾ ਬਚਨ ਕਦਾਈ। ਤੇਰੇ ਜਿਹੜੇ ਆਪਣੇ ਪੁੱਤ ਤੂੰ ਕਹਿੰਦੀ ਆ ਇਹ ਬਚਨ ਨਹੀਂ ਮੰਨਦੇ, ਤੇ ਜਿਹੜਾ ਬਗਾਨਾ ਪੁੱਤ ਕਿਹਾ ਜਾਂਦਾ ਉਹ ਵੇਖ ਕਿਵੇਂ ਬਚਨ ਮੰਨਦਾ। ਸੋ ਆਇਸ ਅਨੁਸਾਰ ਸਦਾਈ। ਉਹ ਸਦਾ ਹੀ ਸਾਡੀ ਆਗਿਆ ਦੇ ਅਨੁਸਾਰ ਹੀ ਹੋ ਕੇ ਚੱਲਦੇ ਨੇ। ਦੋਹਰਾ ਨੈ ਕਿਸੂ ਕੇ ਕਰ ਬਿਕੇ ਸਭ ਕਰ ਤਾਰੇ ਅਧੀਨ। ਨਾਲੇ ਸੁਲੱਖਣੀ ਇਹ ਜਿਹੜੀ ਵਡਿਆਈ ਹੈ ਇਹ ਧੁਰ ਦਰਗਾਹ ਤੋਂ ਨਿਰੰਕਾਰ ਦੀ ਹੈ, ਤੇ ਨਿਰੰਕਾਰ ਨੂੰ ਜਿਹੜਾ ਭਾਣਾ ਉਹਨੂੰ ਨਿਰੰਕਾਰ ਨੇ ਬਖਸ਼ਣੀ ਹੈ। ਇਹ ਸਾਡੇ ਹੱਥ ਵੀ ਨਹੀਂ।
ਇਹ ਕਰਤਾਰ ਦੇ ਹੱਥ ਦੀ ਵਡਿਆਈ ਹੈ ਤੇ ਕਰਤਾਰ ਨੂੰ ਜਿਹੜਾ ਭਾਵੇਗਾ ਨੇ ਵਡਿਆਈ। ਜਿਸ ਪਰ ਕਰੁਣਾ ਦ੍ਰਿਸ਼ਟ ਹੋਏ ਬਸਤ ਏ ਲੀਨ। ਜਿਹਦੇ ਤੇ ਪਰਮੇਸ਼ਰ ਦੀ ਕਰੁਣਾ ਹੋਵੇਗੀ ਉਹੀ ਇਸ ਵਸਤ ਨੂੰ ਲੈਣਗੇ। ਜੋ ਭਾਈ ਜਿਸ ਧਰਨੀ ਮੈਂ ਹੋਏ ਨਿਵਾਨਾ। ਨਾਲੇ ਸੁਲੱਖਣੀ ਇਹ ਸੁਭਾਵਕ ਹੈ, ਜਿਹੜੀ ਧਰਤੀ 'ਚ ਨਿਵਾਣ ਹੁੰਦੀ ਹੈ ਨਾ, ਜਿਹੜੀ ਧਰਤੀ ਨੀਵੀਂ ਹੁੰਦੀ ਹੈ, ਤੈਂ ਜਲ ਜਾਵੇ ਟਿਕੇ ਮਾਨਾ। ਜਲ ਸੁਤੇ ਸੇ ਦੋਥੇ ਜਾ ਕੇ ਟਿਕਦਾ ਜਿੱਥੇ ਨਿਵਾਣ ਹੋਵੇ। ਪਾਣੀ ਦਾ ਸੁਭਾਅ ਹੈ, ਜਿੱਥੇ ਨਿਵਾਣ ਹੁੰਦੀ ਹੈ ਜ਼ਮੀਨ ਵਿੱਚ ਉੱਥੇ ਜਾ ਕੇ ਪਾਣੀ ਟਿਕਦਾ ਹੈ। ਟਿੱਬਾ ਜਹਾਂ ਉਚੇਰਾ ਹੋਈ। ਜਿੱਥੇ ਉੱਚਾ ਟਿੱਬਾ ਹੁੰਦਾ ਹੈ ਤੈਂ ਜਲ ਬੂੰਦ ਟਿਕੇ ਨੈ ਕੋਈ। ਉੱਥੇ ਪਾਣੀ ਦੀ ਬੂੰਦ ਤੱਕ ਨਹੀਂ ਟਿਕਦੀ। ਸੁਣ ਕੇ ਬਚਨ ਦੇਖ ਨਿਜ ਨੈਣਾ। ਮਹਾਰਾਜ ਜੀ ਦੇ ਬਚਨ ਵੀ ਸੁਣੇ ਮਾਤਾ ਸੁਲੱਖਣੀ ਨੇ, ਫਿਰ ਆਪਣੀਆਂ ਅੱਖਾਂ ਨਾਲ ਵੀ ਸਭ ਕੁਝ ਵੇਖ ਲਿਆ। ਗਈ ਸੁਲੱਖਣੀ ਉੱਠ ਨਿਜੇ ਐਨਾ। ਮਾਤਾ ਜੀ ਨੇ ਫਿਰ ਅੱਗੋਂ ਕੋਈ ਜਵਾਬ ਨਹੀਂ ਦਿੱਤਾ। ਸਤਿਗੁਰਾਂ ਕੋਲੋਂ ਇਹੋ ਜਿਹਾ ਜਵਾਬ ਮਿਲ ਗਿਆ ਸੀ ਕਿ ਹੁਣ ਮਾਤਾ ਜੀ ਦੇ ਮਨ 'ਚ ਕੋਈ ਸਵਾਲ ਹੀ ਨਹੀਂ ਰਿਹਾ। ਮਾਤਾ ਜੀ ਸਤਿਗੁਰਾਂ ਕੋਲੋਂ ਉੱਠੇ ਤੇ ਆਪਣੇ ਮਹਿਲਾਂ ਵਿੱਚ ਆ ਗਏ। ਕਿਤਕ ਦਿਵਸ ਜਬ ਬਿਤੇ ਬਹੋਰੀ। ਇਸੇ ਤਰ੍ਹਾਂ ਗੁਰੂ ਖਾਲਸਾ ਜੀ ਕੁਝ ਕੁ ਦਿਨ ਹੋਰ ਬੀਤ ਗਏ। ਪਰਖਨ ਕੀ ਠਾਨੀ ਬਿਦੇ ਹੋਰੀ। ਇੱਕ ਦਿਨ ਫੇਰ ਮਹਾਰਾਜ ਜੀ ਨੇ ਪਰਖਣ ਦੀ ਵਿਧ ਕੀਤੀ। ਪੁੱਤਰਾਂ ਨੂੰ ਤੇ ਸੇਵਕ ਨੂੰ ਪਰਖਣ ਵਾਸਤੇ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਨੇ ਖੇਡ ਵਰਤਾਈ। ਪਵ ਅਬੁੰਦ ਤਾਰਨ ਗੁਰ ਪੋਤਾ। ਪਾਤਸ਼ਾਹ ਜੀ ਇਹ ਸੰਸਾਰ ਤੋਂ ਤਾਰਨ ਵਾਸਤੇ ਜਹਾਜ਼ ਵਾਂਗਰ ਹਨ। ਜਾਮਨ ਏਕ ਪਾਉ ਨਿਜ ਸੋਤਾ। ਗਰੀਬ ਨਵਾਜ ਪਾਤਸ਼ਾਹ ਜੀ ਰਾਤ ਦਾ ਸਮਾਂ ਸੀ। ਪੈਰ ਕ ਰਾਤ ਬੀਤੀ ਮਹਾਰਾਜ ਜੀ ਬਿਰਾਜੇ ਹੋਏ ਸਨ। ਉਬਿਆ ਤਾਤ ਤੈ ਕਾਲ ਸਮੀਪਾ। ਜਿੱਥੇ ਸਤਿਗੁਰੂ ਜੀ ਬਿਰਾਜੇ ਸਨ ਉੱਥੇ ਨੇੜੇ ਮਹਾਰਾਜ ਜੀ ਦੇ ਦੋਨੋਂ ਸਾਹਿਬਜ਼ਾਦੇ ਵੀ ਬਿਰਾਜੇ ਹੋਏ ਨੇ। ਸ਼੍ਰੀ ਸਸ ਪ੍ਰਤ ਤਬ ਨਿਕਟ ਬੁਲੀਪਾ। ਮਹਾਰਾਜ ਜੀ ਨੇ ਅੱਧੀ ਕੁ ਰਾਤ ਬੀਤੀ ਹੋਵੇਗੀ, ਡੇਢ ਕੁ ਪਹਿਰ ਦੀ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਆਵਾਜ਼ ਮਾਰ ਕੇ ਕੋਲ ਬੁਲਾਇਆ। ਤਾਤ ਸੰਭਾਇਨ ਧੋਨ ਸਰ ਜਾਈਏ। ਮਹਾਰਾਜ ਜੀ ਦੇ ਕੋਲ ਨਾ ਇੱਕ ਚਾਦਰਾ ਸੀ। ਪਾਤਸ਼ਾਹ ਕਹਿੰਦੇ ਪੁੱਤਰ ਸ਼੍ਰੀ ਚੰਦ ਏਦਾਂ ਕਰੋ ਵੀ ਇਹ ਚਾਦਰ ਹੈ ਤੇ ਜਾਓ ਇਹਨੂੰ ਧੋ ਕੇ ਲਿਆਓ। ਇਹਨੂੰ ਧੋ ਕੇ ਤੇ ਫਿਰ ਸੁਕਾ ਕੇ ਲੈ ਕੇ ਆਓ। ਸੋਖਤ ਕਰ ਤੂਰਨ ਟਿਗ ਲਈਏ। ਇਹਨੂੰ ਧੋ ਲਓ ਤੇ ਧੋ ਕੇ ਸੁਕਾ ਕੇ ਛੇਤੀ ਲੈ ਆਓ। ਤਾਤ ਕਹਿਤ ਆਮ ਸ਼ਰਮਤ ਕਰਨ ਤੇ। ਬਾਬਾ ਜੀ ਅੱਗੋਂ ਕਹਿਣ ਲੱਗੇ ਪਿਤਾ ਜੀ ਸਾਰਾ ਦਿਨ ਮੈਨੂੰ ਲੰਘ ਗਿਆ ਸੇਵਾ ਟਹਿਲ ਕਰਦਿਆਂ ਤੇ ਮੈਂ ਥੱਕਿਆ ਹੋਇਆ। ਕੋਮਲ ਕਰ ਹਮ ਨਿਸਾ ਠਰਨ ਤੇ। ਸਰਦੀ ਨਾਲ ਲੋਕ ਠਰੂ ਠਰੂ ਕਰ ਰਹੇ ਨੇ। ਅੱਧੀ ਰਾਤ ਬੀਤੀ ਵੀ ਇੰਨਾ ਕਿਹੜਾ ਕਾਲੀ ਪੈ ਗਈ ਵੀ ਹੁਣੇ ਹੀ ਚਾਦਰਾ ਧੋ ਕੇ ਸੁਕਾ ਕੇ ਲਿਆਉਣਾ। ਮੇਰੇ ਕੋਮਲ ਜੇ ਹੱਥ ਨੇ ਠਰ ਜਾਣਗੇ ਠੰਡ ਵਿੱਚ। ਬਾਸੁਰ ਹੋਏ ਪ੍ਰਿਤ ਧੋ ਕਰ ਲਿਆਵੇਂ। ਕੋਈ ਦੇ ਦਿਨ ਚੜ ਲੈਣ ਦਿਓ, ਸਵੇਰੇ ਕਿਸੇ ਸੇਵਾਦਾਰ ਨੂੰ ਦੇ ਕੇ ਤੇ ਚਾਦਰਾ ਧਵਾ ਲਿਆਵਾਂਗੇ। ਹਮ ਤੇ ਇਹ ਕ੍ਰਿਤ ਹੋਏ ਨਾ ਆਵੇਂ। ਮੇਰੇ ਕੋਲੋਂ ਨਹੀਂ ਇਹ ਚਾਦਰਾ ਧੋਤਾ ਜਾਣਾ। ਲਗੂ ਸੁਤ ਪ੍ਰਤ ਜਬ ਕਹਿ ਗੁਰ ਐਸੇ। ਜਦੋਂ ਬਾਬਾ ਸ਼੍ਰੀ ਚੰਦ ਜੀ ਨੇ ਉਹ ਜਵਾਬ ਦਿੱਤਾ ਤੇ ਲਾਗੇ ਬਾਬਾ ਲਖਮੀ ਦਾਸ ਜੀ ਨੂੰ ਮਹਾਰਾਜ ਜੀ ਕਹਿਣ ਲੱਗੇ ਪ੍ਰਤ ਉੱਤਰ ਸੋ ਕਹਤੇ ਹੋ ਕੈਸੇ। ਬਾਬਾ ਲਖਮੀ ਦਾਸ ਜੀ ਨੂੰ ਕਿਹਾ ਲਖਮੀ ਦਾਸ ਜੀ ਤੁਸੀਂ ਕਰੋ ਇਹ ਸੇਵਾ, ਚਾਦਰਾ ਧੋ ਕੇ ਸੁਕਾ ਲਿਆਓ। ਅੱਗੋਂ ਬਾਬਾ ਲਖਮੀ ਦਾਸ ਜੀ ਨੇ ਵੀ ਜਵਾਬ ਦਿੱਤਾ। ਜਬ ਲੈਣੇ ਪ੍ਰਤ ਸਤਗੁਰ ਭਾਖਾ। ਤੇ ਉਹਨਾਂ ਨੇ ਵੀ ਜਵਾਬ ਦੇ ਦਿੱਤਾ। ਕਹਿੰਦੇ ਜੀ ਸਵੇਰੇ ਸੇਵਾਦਾਰ ਕੋਲੋਂ ਧਵਾ ਲਵਾਂਗੇ। ਮਹਾਰਾਜ ਜੀ ਨੇ ਫਿਰ ਭਾਈ ਲਹਿਣੇ ਵੱਲ ਵੇਖਿਆ। ਹਮ ਚਾਦਰ ਪੁਰਖਾ ਧੋ ਲੈ ਖਾ। ਮਹਾਰਾਜ ਜੀ ਕਹਿੰਦੇ ਪੁਰਖਾ ਇਹ ਚਾਦਰਾ ਸਾਡੇ ਉੱਤੇ ਲੈਣ ਵਾਲਾ ਹੈ ਤੇ ਜਾ ਇਹ ਧੋ ਲਿਆ ਤੇ ਧੋ ਕੇ ਸੁਕਾ ਕੇ ਲੈ ਕੇ ਆਉਣਾ। ਤਬੇ ਉੱਠਿਓ ਲੈਣਾ ਵੱਡ ਭਾਗਾ। ਵੱਡਿਆਂ ਭਾਗਾਂ ਵਾਲੇ ਭਾਈ ਲਹਿਣਾ ਜੀ ਉੱਠਦਿਆਂ ਸਾਰ ਕਾਹਲੀ ਨਾਲ ਵੀ ਗੁਰੂ ਸਾਹਿਬ ਦਾ ਹੁਕਮ ਹੈ। ਇਹਨੂੰ ਕਹਿੰਦੇ ਆ ਉਭੀ ਸੇਵਾ ਖਾਲਸਾ ਜੀ। ਅੱਜ ਸੁਬਾਹ ਅੰਮ੍ਰਿਤ ਵੇਲੇ ਮਹਾਰਾਜ ਜੀ ਨੇ ਮੁੱਖ ਵਾਕ ਬਖਸ਼ਿਆ ਨਾ,
ਉਹਦੇ ਚ ਉਭੀ ਸੇਵ ਕਰੇ ਬਚਨ ਆਇਆ। ਹਸਤੀ ਸਿਰ ਜਿਉ ਅੰਕਸ ਹੈ, ਅਹਰਣ ਜਿਉ ਸਿਰ ਦੇ, ਮਨ ਤਨ ਆਗੈ ਰਾਖ ਕੈ ਉਭੀ ਸੇਵ ਕਰੇ। ਇਹ ਹੈ ਉਭੀ ਸੇਵਾ ਜਿਹੜੀ ਭਾਈ ਲਹਿਣਾ ਜੀ ਕਰ। ਉਭੀ ਦਾ ਮਤਲਬ ਸਾਵਧਾਨ ਹੋ ਕੇ, ਖੁੱਭ ਕੇ, ਚਾਅ ਨਾਲ, ਖੁਸ਼ੀ ਨਾਲ ਜਿਹੜੀ ਸੇਵਾ ਕੀਤੀ ਜਾਏ, ਮਨ ਤਨ ਗੁਰੂ ਅੱਗੇ ਭੇਟਾ ਕਰਕੇ ਸੇਵਾ ਕੀਤੀ ਜਾਏ। ਭਾਈ ਲਹਿਣਾ ਜੀ ਕਮਰ ਕਸਾ ਕੀਤਾ, ਉੱਠ ਕੇ ਕਾਹਲ ਨਾਲ ਛਾਲ ਮਾਰੀ ਮਹਾਰਾਜ ਸਤ ਬਚਨ ਜਿਵੇਂ ਆਪ ਜੀ ਦਾ ਹੁਕਮ। ਸਰ ਮੈਂ ਜਾ ਪਟ ਧੋਵਨ ਲਾਗਾ। ਭਾਈ ਲਹਿਣਾ ਜੀ ਨੇ ਉਹ ਚਾਦਰਾ ਲਿਆ ਤੇ ਬਾਹਰ ਜਾ ਕੇ, ਪੋਹ ਦੀਆਂ ਸਰਦ ਰਾਤਾਂ, ਠੰਡ ਬੜੀ ਪੈਂਦੀ, ਧੁੰਦ ਪੈਂਦੀ ਸੀ, ਰਾਤ ਦਾ ਸਮਾਂ, ਜਾ ਕੇ ਤਲਾਬ ਦੇ ਠੰਡੇ ਪਾਣੀ ਦੇ ਵਿੱਚ ਚਾਦਰਾ ਧੋਇਆ। ਬਾਸੁਰ ਅਰਧ ਪਾਨ ਖੇਨ ਪਰਤੋ। ਕਹਿੰਦੇ ਜਦੋਂ ਧੋ ਕੇ ਚਾਦਰਾ ਬਾਹਰ ਕੱਢਿਆ ਨਾ, ਅੱਧੀ ਰਾਤ ਦੇ ਵੇਲੇ ਇਉਂ ਕੜਕਦੀ ਹੋਈ ਧੁੱਪ ਚੜੀ ਜਿਵੇਂ ਜੇਠ ਦੀ ਤਪਦੀ ਤਪਸ਼ ਹੁੰਦੀ ਹੈ। ਹਾਂਜੀ, ਲੱਖ ਲੈਣੇ ਮਨ ਅਚਰਜ ਸਮਤੋ। ਭਾਈ ਲਹਿਣਾ ਜੀ ਬੜੇ ਅਚਰਜ ਹੋਏ, ਹੈਰਾਨ ਹੋਏ, ਰਾਤ ਦੇ ਸਮੇਂ ਇਹ ਧੁੱਪ ਕਿਵੇਂ ਕੜਕ ਰਹੀ ਹੈ। ਧੋਏ ਸੁਕਾਏ ਚੈਲ ਲੈ ਆਵਾ। ਉਹ ਚਾਦਰਾ ਕਹਿੰਦੇ ਰਾਤ ਦੇ ਸਮੇਂ, ਜਿਨ੍ਹਾਂ ਦਿਨਾਂ ਵਿੱਚ ਕਈ ਦਿਨ ਨਹੀਂ ਕੱਪੜਾ ਸੁੱਕਦਾ, ਕਹਿੰਦੇ ਰਾਤ ਨੂੰ ਕੜਕਦੀ ਧੁੱਪ, ਜੇਠ ਦੀ ਜਿਵੇਂ ਧੁੱਪ ਹੁੰਦੀ ਹੈ, ਉਹ ਚੜੀ, ਸੁਕਾ ਕੇ ਕੁਝ ਸਮੇਂ ਬਾਅਦ ਉਹ ਚਾਦਰਾ, ਪਤਲਾ ਚਾਦਰਾ ਸੀ, ਸੁਕਾ ਕੇ ਭਾਈ ਲਹਿਣਾ ਜੀ ਸਤਿਗੁਰਾਂ ਕੋਲ ਠੱਪ ਕੇ ਲੈ ਆਏ। ਧਰ ਸਤਿਗੁਰ ਟਿਗ ਭਾਲ ਨਿਵਾਵਾ। ਮਹਾਰਾਜ ਜੀ ਦੇ ਚਰਨਾਂ ਤੇ ਰੱਖ ਕੇ ਚਾਦਰਾ ਭਾਈ ਲਹਿਣਾ ਜੀ ਨੇ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕੀਤੀ। ਜਗਤੇਸ਼ਵਰ ਨਿਜ ਪਾਨੇ ਉਠਾਇਓ। ਸਤਿਗੁਰੂ ਜੀ ਨੇ ਉਹ ਚਾਦਰਾ ਆਪਣੇ ਹੱਥਾਂ ਤੇ ਚੁੱਕਿਆ। ਕੈ ਸੁਮਤੇ ਜਗ ਅਪਰ ਨ ਜਾਇਓ। ਨਾਲੇ ਭਾਈ ਲਹਿਣਾ ਜੀ ਦੇ ਸੀਸ ਤੇ ਹੱਥ ਧਰਿਆ ਤੇ ਉਠਾ ਕੇ ਨਾ ਮਹਾਰਾਜ ਕਹਿੰਦੇ, ਹੇ ਸੁਮਤੇ, ਤੇਰੇ ਵਰਗਾ ਸੰਸਾਰ 'ਚ ਕੋਈ ਦੂਜਾ ਨਹੀਂ ਜਨਮਿਆ। ਸਤਿ ਸ੍ਰੀ ਅਕਾਲ। ਤੇਰੇ ਵਰਗਾ ਇਹ ਸੰਸਾਰ ਵਿੱਚ ਕੋਈ ਦੂਜਾ ਨਹੀਂ ਹੈ। ਕੇਵਲ ਭਾਈ ਲਹਿਣਾ ਜੀ ਹਨ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਜੋਤ ਵਿਦਮਾਨ ਕਰਕੇ ਆਪਣਾ ਰੂਪ ਬਣਾਇਆ। ਤੇਰੇ ਸਮਾਨ, ਤੇਰੇ ਜਿਹਾ ਕੋਈ ਨਹੀਂ। ਕਿਤਕ ਨਿਸਾਤੀ ਪਟ ਤੋਂ ਆਨੀ। ਮਹਾਰਾਜ ਜੀ ਪੁੱਛਦੇ, ਕਿੰਨੀ ਕੁ ਰਾਤ ਸੀ ਜਦੋਂ ਬਾਹਰੋਂ ਕੱਪੜੇ ਧੋ ਕੇ ਲਿਆਏ ਹੋ? ਮਹਾਰਾਜ ਜੀ ਪੁੱਛਦੇ, ਪੁਰਖਾ ਕਿੰਨੀ ਕੁ ਰਾਤ ਸੀ ਬਾਹਰ ਜਦੋਂ ਇਹ ਚਾਦਰਾ ਧੋ ਕੇ ਲਿਆਏ ਹੋ? ਤੇਰੀ ਗਤ ਤੂੰ ਜਾਨ ਬਖਾਨੀ। ਭਾਈ ਲਹਿਣਾ ਜੀ ਅੱਗੋਂ ਕਹਿੰਦੇ, ਮਹਾਰਾਜ ਤੁਹਾਡੀਆਂ ਤੁਸੀਂ ਜਾਣੋ, ਮੈਨੂੰ ਨਹੀਂ ਪਤਾ ਵੀ ਰਾਤ ਸੀ ਕਿ ਜੇਠ ਦੀ ਧੁੱਪ ਸੀ। ਮਹਾਰਾਜ ਮੈਨੂੰ ਨਹੀਂ ਇਹਦੇ ਬਾਰੇ ਪਤਾ, ਤੁਹਾਡੀ ਗਤ ਤੁਸੀਂ ਜਾਣੋ। ਦੋਹਰਾ ਸਤਿਗੁਰ ਕੈ ਜੋ ਵਸਤ ਹੈ, ਭਾਗ ਜਿਸੇ ਸੋ ਪਾਏ। ਮਹਾਰਾਜ ਜੀ ਕਹਿੰਦੇ, ਪੁਰਖਾ ਜਿਹੜੀ ਵਸਤ ਜਿਸ ਦੇ ਭਾਗਾਂ 'ਚ ਲਿਖੀ ਹੋਵੇ ਉਹਨੂੰ ਮਿਲਦੀ ਹੈ। ਜਿਹਦੇ ਭਾਗਾਂ ਵਿੱਚ ਲਿਖੀ ਹੋਵੇ ਜਿਹੜੀ ਵਸਤ, ਉਹਨੂੰ ਮਿਲਦੀ ਹੈ, ਕੋਈ ਖੋ ਨਹੀਂ ਸਕਦਾ ਉਹਨੂੰ। ਹੱਥ 'ਚ ਫੜੀ ਨੂੰ ਖੋ ਸਕਦਾ ਕੋਈ, ਮੱਥੇ ਤੇ ਜੋ ਪਰਮੇਸ਼ਰ ਨੇ ਲਿਖ ਦਿੱਤੀ ਵਸਤ, ਉਹਨੂੰ ਨਹੀਂ ਕੋਈ ਖੋ ਸਕਦਾ। ਜਿਹਦੇ ਭਾਗਾਂ 'ਚ ਲਿਖੀ ਉਸੇ ਨੂੰ ਮਿਲਦੀ ਹੈ। ਬਿਨ ਭਾਗਾਂ ਨੇ ਮਿਲਤ ਹੈ, ਕੋਟ ਯਤਨ ਕਮਾਏ। ਇਹ ਭਾਗਾਂ 'ਚ ਲਿਖਿਆ ਹੀ ਨਹੀਂ ਤੇ ਫਿਰ ਕੋਈ ਕਰੋੜਾਂ ਯਤਨ ਕਰ ਲਵੇ ਨਹੀਂ ਮਿਲਦਾ। ਜੇ ਲਿਖੀ ਹੈ ਫਿਰ ਤਾਂ ਵਸ਼ ਮਿਲੇਗੀ, ਤੇ ਜੇ ਲਿਖੀ ਨਹੀਂ ਤੇ ਫਿਰ ਕੋਈ ਕਰੋੜਾਂ ਯਤਨ ਕਰੇ, ਕਰੋੜਾਂ ਹਿੰਮਤਾਂ ਕਰੇ, ਉਪਾਅ ਕਰੇ, ਤਰੀਕੇ ਕਰੇ, ਛਲ ਬਲ ਕਰੇ, ਕਹਿੰਦੇ ਫਿਰ ਕਰੋੜਾਂ ਉਪਾਵਾਂ ਦੇ ਨਾਲ ਉਹ ਵਸਤ ਨਹੀਂ ਮਿਲਦੀ ਜੇ ਭਾਗਾਂ ਵਿੱਚ ਨਹੀਂ ਲਿਖੀ ਹੋਈ। ਅਪਰ ਪਰੀਖਿਆ ਲੈਨ ਕੀ ਸਤਿਗੁਰ ਕੇ ਮਨ ਚਾਹ। ਸਤਿਗੁਰੂ ਜੀ ਚਾਹੁੰਦੇ ਆ ਕਿ ਹੋਰ ਵੀ ਪਰਖ ਲੈ ਲਈਏ ਭਾਈ ਲਹਿਣਾ ਜੀ, ਕਿਉਂਕਿ ਪੂਰਾ ਸਾਫ਼ ਕਰਨਾ ਵੀ ਕੋਈ ਇਹ ਨਾ ਕਹੇ ਕਿ ਗੁਰੂ ਪੁੱਤਰ ਆਗਿਆ ਵਿੱਚ ਸਾਨੂੰ ਉਹਨਾਂ ਨੇ ਆਪਣੇ ਸੇਵਕ ਨੂੰ ਵਡਿਆਈ ਦਿੱਤੀ ਹੈ। ਵਖਾਣਾ ਸੀ ਜਿਹਦੇ ਵਿੱਚ ਸਾਡੀ ਜੋਤ ਟਿਕਣੀ ਹੈ, ਉਹ ਸਾਡੇ ਵਰਗੇ ਹੀ ਨੇ, ਸਾਡਾ ਹੀ ਰੂਪ ਨੇ, ਸਾਡੇ ਉਹਨਾਂ ਵਿੱਚ ਕੋਈ ਭੇਦ ਨਹੀਂ। ਇਹ ਪ੍ਰਗਟ ਕਰਨਾ ਸੀ।
ਇਸ ਕਰਕੇ ਮਹਾਰਾਜ ਜੀ ਹੋਰ ਪਰਖਣਾ ਚਾਹੁੰਦੇ ਨੇ। ਇੱਕ ਦਿਨ ਸਿੱਖਨ ਕਰ ਬਲਤ ਉਬਿਆ ਤਾਤ ਟਿਗਿਆ ਏ। ਇੱਕ ਦਿਨ ਸਤਿਗੁਰੂ ਜੀ ਬੈਠੇ, ਮਹਾਰਾਜ ਜੀ ਦੇ ਦੋਵੇਂ ਸਾਹਿਬਜ਼ਾਦੇ ਵੀ ਕੋਲ ਆਏ। ਚੋਪਈ ਹੁਤੀ ਸੁਲਖਣੀ ਟਿਗ ਤੈ ਕਾਲਾ। ਮਾਤਾ ਸੁਲੱਖਣੀ ਜੀ ਵੀ ਉਸ ਵੇਲੇ ਕੋਲ ਸੀ, ਕਿਉਂਕਿ ਮਾਤਾ ਸੁਲੱਖਣੀ ਦੇ ਮਨ 'ਚ ਹੀ ਸੰਦੇਹ ਸੀ ਨਾ, ਉਹੀ ਨਿਵਾਰਨਾ ਸੀ, ਪੂਰਾ ਸਾਫ਼ ਕਰਨਾ ਸੀ ਹਿਰਦਾ, ਵੀ ਆ ਪੁੱਤਰਾਂ ਨੂੰ ਛੱਡ ਕੇ ਸੇਵਕ ਨਾਲ ਹਿੱਤ ਕਰਦੇ ਨੇ। ਮਾਤਾ ਸੁਲੱਖਣੀ ਜੀ ਨੂੰ ਦੱਸਣਾ ਸੀ ਕਿਉਂ ਕਰਦੇ ਆ ਹਿੱਤ। ਮਹਾਰਾਜ ਜੀ ਨੇ ਉਹ ਖੇਡ ਫੇਰ ਵਰਤਾਈ। ਕਹਿ ਹਾਂ ਬਾਸਨ ਲੀਨ ਕਿਰਪਾਲ। ਮਹਾਰਾਜ ਜੀ ਦੇ ਸੋਹਣਿਆਂ ਦਸਤ ਕਮਲਾਂ ਵਿੱਚ ਇੱਕ ਕਹਿ ਦਾ ਭਾਂਡਾ ਸੀ, ਛੰਨਾ ਸੀ ਕਹਿ ਦਾ। ਝੂਠ ਨੀਰ ਕਰ ਦਮ ਗੰਭੀਰਾ। ਇਹ ਪਾਤਸ਼ਾਹ ਨੇ ਕੀ ਕੀਤਾ, ਨੇੜੇ ਹੀ ਕੁਝ ਦੂਰੀ ਤੇ ਨਾ ਲੰਗਰ ਦਾ ਪਾਣੀ ਇੱਕ ਟੋਏ 'ਚ ਇਕੱਠਾ ਹੋਇਆ ਹੋਇਆ, ਝੂਠੇ ਭਾਂਡੇ ਵਗੈਰਾ ਮਾਂਜ ਕੇ ਉਹ ਝੂਠ ਨਾਲ ਉਹ ਚਿੱਕੜ ਦਾ ਟੋਆ ਜਿਹਾ ਭਰਿਆ ਹੋਇਆ ਸੀ। ਤੈ ਮੈਂ ਡਾਰਿਓ ਗੁਨੀ ਗਹੀਰਾ। ਮਹਾਰਾਜ ਜੀ ਨੇ ਜ਼ੋਰ ਨਾਲ ਵਗਾ ਕੇ ਮਾਰਿਆ, ਉਹ ਕਹਿਣ ਦਾ ਭਾਂਡਾ ਛੰਨਾ ਉਸ ਟੋਏ ਦੇ ਵਿੱਚ ਜਾ ਕੇ ਡਿੱਗਾ ਚਿੱਕੜ ਵਿੱਚ। ਸ੍ਰੀ ਚੰਦ ਸੋ ਆਇਸ ਪ੍ਰਾਹੀ। ਸੁੱਟ ਕੇ ਤੇ ਮਹਾਰਾਜ ਜੀ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਹੁਕਮ ਕੀਤਾ, ਆਗਿਆ ਕਹੀ। ਬਾਸਨ ਗਿਰਿਓ ਪੰਕ ਕੇ ਮਾਈ। ਮਹਾਰਾਜ ਜੀ ਕਹਿੰਦੇ, ਪੁੱਤਰ ਸ਼੍ਰੀ ਚੰਦ, ਇਹ ਭਾਂਡਾ ਕਹਿੰਦਾ ਚਿੱਕੜ 'ਚ ਡਿੱਗਾ, ਸੋ ਨਿਕਾਸ ਆਨੋ ਮਮ ਪਾਈ। ਜਾਓ ਇਹਨੂੰ ਕੱਢ ਕੇ ਸਾਡੇ ਕੋਲ ਧੋ ਕੇ ਲੈ ਆਓ। ਜਲੇ ਪਖਾਰ ਸਵੱਛ ਕਰ ਤਾਈ। ਪਾਣੀ ਨਾਲ ਧੋ ਕੇ ਚੰਗੀ ਤਰ੍ਹਾਂ ਸਵੱਛ ਕਰਕੇ ਲੈ ਆਓ। ਦੋਹਰਾ ਸੋ ਸੁਨ ਕੇ ਬੋਲਿਓ ਬਚਨ ਗਰਬੋ ਮੋਲੇ ਚੀਰ। ਬਾਬਾ ਜੀ ਸੁਣ ਕੇ ਅੱਗੋਂ ਕਹਿਣ ਲੱਗੇ, ਪਿਤਾ ਜੀ ਮੈਂ ਕੱਪੜੇ ਬੜੇ ਮਹਿੰਗੇ ਪਾਏ ਨੇ। ਹਿਤ ਬਾਸਨ ਕੇ ਨੈ ਬਰੋਂ ਮਲਨ ਝੂਠ ਇਹ ਨੀਰ। ਇਹ ਕਹਿੰਦਾ ਛੰਨਾ ਹੀ ਆ ਨਾ, ਇਹ ਮੈਲਾ ਪਾਣੀ ਆ, ਝੂਠ ਨਾਲ ਭਰਿਆ, ਮੈਂ ਇਹਦੇ ਵਿੱਚ ਨਹੀਂ ਵੜਨਾ। ਚੋਪਈ ਦਾਸ ਸਿੱਖ ਆਗੇ ਬਹੁ ਮੇਰੇ ਅੱਗੇ ਬਹੁਤ ਸੇਵਕ ਦਾਸ ਹਨ। ਮਾਨੇ ਬਚਨ ਨ ਕਰਹੀਂ ਦੇਰੇ। ਉਹ ਮੇਰਾ ਬਚਨ ਮੰਨਣਗੇ, ਦੇਰੀ ਨਹੀਂ ਲਾਉਣਗੇ। ਆਇਸ ਦਿਓ ਨਿਕਾਸੇ ਸੋਈ। ਆਗਿਆ ਦਿਓ, ਜਾ ਕੇ ਕੱਢ ਲਿਆਵਣਗੇ। ਮੈਂ ਕਾਢੋਂ ਮਹਿਮਾ ਘਟ ਹੋਈ। ਮੈਂ ਨਹੀਂ ਕੱਢਣੀ, ਮੇਰੀ ਮਹਿਮਾ ਘਟੇਗੀ ਇਹਦੇ ਨਾਲ। ਇਸ ਪ੍ਰਕਾਰ ਸੁਣ ਕੇ ਜਗਨਾਥਾ। ਜਗਤਨਾਥ ਜੀ ਨੇ ਸੁਣ ਕੇ ਬਚਨ ਬੋਲੇ ਪੁਨ ਦੂਸਰ ਸੁਤ ਸਾਥਾ। ਆਪਣੇ ਦੂਸਰੇ ਪੁੱਤਰ ਬਾਬਾ ਲਖਮੀ ਦਾਸ ਜੀ ਨੂੰ ਬੋਲੇ, ਲਖਮੀ ਦਾਸ ਨਿਕਾਸੋ ਜਾਈ। ਲਖਮੀ ਦਾਸ ਬੇਟਾ ਤੁਸੀਂ ਉੱਠੋ, ਤੁਸੀਂ ਲਿਆਓ ਕੱਢ ਕੇ। ਮਾਂਜੋ ਸੁਚ ਕਰੀਏ ਤੈ ਤਾਈ। ਔਰ ਇਹ ਛੰਨਾ ਕਹਿੰਦਾ ਮਾਂਜ ਕੇ ਸੁੱਚਾ ਕਰਕੇ ਲੈ ਆਓ। ਸੁਨਤ ਸ਼੍ਰੋਨ ਤਿਨ ਬੈਨ ਬਖਾਨੇ। ਸੁਣ ਕੇ ਅੱਗੋਂ ਬਾਬਾ ਲਖਮੀ ਦਾਸ ਜੀ ਬੋਲੇ, ਪਿਤ ਜੀ ਤੁਮ ਹੋ ਅਧਿਕ ਸਿਆਣੇ। ਕਹਿਣ ਲੱਗੇ, ਪਿਤਾ ਜੀ ਤੁਸੀਂ ਬਹੁਤ ਸਿਆਣੇ ਹੋ। ਮੰਦ ਕਾਮ ਹਮ ਪੈ ਕਰਵਾਵੋ। ਆ ਨੀਵਾ ਜਿਹਾ ਕੰਮ ਤੁਸੀਂ ਸਾਡੇ ਕੋਲੋਂ ਕਰਾਉਣਾ, ਅਸੀਂ ਤੁਹਾਡੇ ਸਾਹਿਬਜ਼ਾਦੇ ਆ, ਪੁੱਤਰ ਹਾਂ। ਸਭ ਲੋਕਨ ਮੈਂ ਮਾਨ ਘਟਾਵੋ। ਇਦਾਂ ਕਰਕੇ ਸਾਡਾ ਮਾਣ ਘਟੇਗਾ ਵੀ ਗੁਰੂ ਨਾਨਕ ਦੇ ਪੁੱਤਰ ਚਿੱਕੜ 'ਚ ਹੱਥ ਮਾਰਦੇ ਫਿਰਦੇ ਆ। ਮਹਾਰਾਜ ਜੀ ਸਾਡਾ ਮਾਣ ਘਟੇਗਾ। ਇਸੀ ਪ੍ਰਕਾਰ ਤੁਮਾਰ ਸੁਭਾਉ। ਮਹਾਰਾਜ ਜੀ ਤੁਹਾਡਾ ਸੁਭਾਅ ਤਾਂ ਐਸਾ ਬੇਪਰਵਾਹੀ ਵਾਲਾ ਹੈ। ਕਹੋ ਆਪ ਹਮ ਕਰੇ ਨ ਕਾਉ। ਤੁਸੀਂ ਬੇਪਰਵਾਹੀ ਵਿੱਚ ਇਦਾਂ ਦੇ ਕਈ ਵਾਰੀ ਬਚਨ ਕਰਦੇ ਹੋ, ਸਾਡੇ ਕੋਲੋਂ ਕੀਤੇ ਨਹੀਂ, ਕੋ ਕਮਾਏ ਨਹੀਂ ਜਾਂਦੇ। ਸਭ ਲੈਣੇ ਦਿਸ਼ ਕਿਰਪਾ ਨਿਦਾਨਾ। ਬਾਬਾ ਲਖਮੀ ਦਾਸ ਜੀ ਨੇ ਵੀ ਜਵਾਬ ਦੇ ਦਿੱਤਾ। ਫਿਰ ਮਹਾਰਾਜ ਕਿਰਪਾਲੂ ਸਤਿਗੁਰੂ ਸੱਚੇ ਪਾਤਸ਼ਾਹ ਨੇ ਭਾਈ ਲਹਿਣਾ ਜੀ ਵੱਲ ਵੇਖਿਆ। ਅਵਲੋਕਿਓ ਅਸ ਬਚਨ ਬਖਾਨਾ। ਵੇਖ ਕੇ ਭਾਈ ਲਹਿਣਾ ਜੀ ਵੱਲ ਮਹਾਰਾਜ ਜੀ ਫਰਮਾਇਆ, ਮਹਾਭਾਗ ਗਰਦਮ ਕੈ ਮਾਈ। ਮਹਾਰਾਜ ਜੀ ਕਹਿੰਦੇ, ਮਹਾਭਾਗਾਂ ਵਾਲੇ ਪੁਰਖਾ ਇਸ ਚਿੱਕੜ ਵਿੱਚ ਜਾਏ ਨਿਕਾਸ ਸਵੱਛ ਕਰ ਤਾਈ। ਇੱਥੇ ਤੁਸੀਂ ਛਾਲ ਮਾਰ ਕੇ ਇਹਨੂੰ ਬਾਹਰ ਕੱਢ ਕੇ ਲਿਆ ਸਕਣਾ। ਤੁਸੀਂ ਮਾਰੋ ਇਸ ਚਿੱਕੜ 'ਚ ਛਾਲ, ਔਰ ਇਹ ਭਾਂਡਾ ਕਹਿੰਦਾ ਕੱਢ ਕੇ ਇਹਨੂੰ ਸਵੱਛ ਕਰਕੇ ਲੈ ਆਓ। ਗਰਬੋ ਮੋਲੇ ਚੀਰ ਸੁਹਾਈ। ਕੱਪੜੇ ਭਾਈ ਲਹਿਣਾ ਜੀ ਨੇ ਵੀ ਬਹੁ ਮੁੱਲੇ ਪਾਏ ਨੇ। ਚੌਧਰੀ ਸਨ ਖਡੂਰ ਸਾਹਿਬ ਦੇ, ਚੰਗੇ ਸਰਦੇ ਪੁੱਜਦੇ ਪਰਿਵਾਰ ਵਿੱਚੋਂ ਸਨ।
ਵਸਤਰ ਬੜੇ ਕੀਮਤੀ ਸਰੀਰ ਤੇ ਪਾਏ ਹੋਏ ਨੇ। ਸੁਨਾ ਇਸਨੇ ਦੇਰ ਲਗਾਈ। ਗੁਰੂ ਪਾਤਸ਼ਾਹ ਦੀ ਆਗਿਆ ਸੁਣਦਿਆਂ ਦੇਰੀ ਨਹੀਂ ਲਾਈ। ਆਖਿਆ ਮਹਾਰਾਜ ਸਤ ਬਚਨ। ਕੂਦ ਪਰਿਓ ਕਰ ਦਮ ਕੇ ਮਾਈ। ਕੁੱਦ ਗਏ ਉਸੇ ਵੇਲੇ ਉਸ ਚਿੱਕੜ ਦੇ ਵਿੱਚ। ਆ ਇਸ ਅਨੁਸਾਰੀ ਪ੍ਰਣ ਜਾਈ। ਇਹਨਾਂ ਦਾ ਪ੍ਰਾਣ ਹੀ ਇਹ ਹੈ। ਕਹਿ ਹਟੇ ਨੇ ਪਿੱਛੇ ਜਦੋਂ ਮਹਾਰਾਜ ਜੀ ਨੇ ਕਿਹਾ ਨਾ ਮੁਰਦਾ ਖਾਓ, ਉਦੋਂ ਕਿਹਾ ਸੀ ਮਹਾਰਾਜ ਮੇਰਾ ਪ੍ਰਣ ਹੈ, ਮੈਂ ਤੁਹਾਡਾ ਵਚਨ ਨਹੀਂ ਮੋੜਨਾ, ਮੇਰਾ ਇਹ ਪ੍ਰਣ ਹੈ। ਜਿਨ੍ਹਾਂ ਨੇ ਪ੍ਰਾਣੀਏ ਕੀਤਾ ਗੁਰੂ ਸਾਹਿਬ ਦੀ ਆਗਿਆ ਵਿੱਚ ਚੱਲਣਾ, ਮਹਾਰਾਜ ਜੀ ਦੇ ਹੁਕਮ ਵਿੱਚ ਚੱਲਣਾ ਹੈ, ਉਸੇ ਵੇਲੇ ਜਾ ਛਾਲ ਮਾਰੀ। ਬਾਸਨ ਕੋ ਨਿਕਾਸ ਲੈ ਆਵਾ। ਚਿੱਕੜ 'ਚ ਹੱਥ ਮਾਰ ਕੇ ਕਹਿੰਦਾ ਉਹ ਭਾਂਡਾ ਵਿੱਚੋਂ ਬਾਹਰ ਕੱਢਿਆ। ਮਾਂਜ ਪਖਾਰਿਓ ਭਲੋ ਬਣਾਵਾ। ਚੰਗੀ ਤਰ੍ਹਾਂ ਮਾਂਜਿਆ, ਸਾਫ਼ ਕੀਤਾ ਸਵਾਹ ਨਾਲ, ਚੰਗੀ ਤਰ੍ਹਾਂ ਜਲ ਨਾਲ ਧੋ ਕੇ। ਪੰਕ ਸੰਗ ਪਟ ਭਏ ਮਲੀਨਾ। ਉਹ ਲੈ ਆਂਦਾ ਪਰ ਕੱਪੜੇ ਮੈਲੇ ਹੋ ਗਏ ਚਿੱਕੜ ਦੇ ਨਾਲ। ਹਾਂਜੀ, ਅੰਗ ਨ ਲਗਿਓ ਜਾਤ ਨ ਚੀਨਾ। ਪਰ ਕਹਿੰਦੇ ਉਹ ਕੱਪੜੇ ਤਾਂ ਭਿੱਜ ਗਏ ਚਿੱਕੜ ਦੇ ਨਾਲ, ਪਰ ਹੈਰਾਨੀ ਇਹ ਵਰਤੀ ਕਿ ਜਿਹੜਾ ਉਹ ਚਿੱਕੜ ਸੀ ਉਹ ਮਹਾਰਾਜ ਜੀ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ ਨੂੰ ਨਹੀਂ ਸਪਰਸ਼ ਕੀਤਾ। ਕੱਪੜੇ ਜ਼ਰੂਰ ਮੈਲੇ ਹੋ ਗਏ, ਪੈਰਾਂ ਨੂੰ ਜਾਂ ਹੱਥਾਂ ਨੂੰ ਚਿੱਕੜ ਨਹੀਂ ਲੱਗਾ ਨਜ਼ਰ ਆਉਂਦਾ। ਇਹੋ ਜੀ ਮਹਾਰਾਜ ਜੀ ਦੀ ਕਲਾ ਵਰਤੀ। ਸਰਬ ਬਿਲੋਕ ਤਿਸ ਮੱਤਾ ਠਾਨੀ। ਸਾਰਿਆਂ ਨੇ ਜਦੋਂ ਵੇਖਿਆ ਤੇ ਵੇਖ ਕੇ ਇੱਕਦਮ ਹੈਰਾਨ ਵੀ ਹੋਏ। ਤਨ ਤਨ ਕਹਿ ਕੇ ਤਕਬਾਨੀ। ਲਾਗਿਓਂ ਬੈਠੇ ਸਿੱਖਾਂ ਦੀ ਰਸਨਾ ਤੋਂ ਸੁਭਾਵਕ ਹੀ ਨਿਕਲਿਆ, ਧੰਨ ਭਾਈ ਲਹਿਣਾ ਜੀ, ਧੰਨ ਹੋ ਭਾਈ ਲਹਿਣਾ ਜੀ। ਸਤਿ ਸ੍ਰੀ ਅਕਾਲ। ਧੰਨ ਹੋ ਭਾਈ ਲਹਿਣਾ ਜੀ। ਸਭ ਦੀ ਰਸਨਾ ਤੋਂ ਇਹ ਸ਼ਬਦ ਨਿਕਲੇ। ਗੁਰ ਸਿੱਖੀ ਤਿੱਖੀ ਅਸਹੂ ਤੇ। ਕਹਿੰਦੇ ਗੁਰੂ ਕੀ ਸਿੱਖੀ ਖੰਡੇ ਦੀ ਧਾਰ ਨਾਲੋਂ ਵੀ ਤਿੱਖੀ ਹੈ। ਧਨ ਸੇ ਨਰ ਜੇ ਜਾਏ ਪਹੁੰਚੇ। ਧੰਨ ਹਨ ਉਹ ਨਰ ਜਿਹੜੇ ਸਿੱਖੀ ਦੇ ਇਹੋ ਜਿਹੇ ਬਿਖਮ ਰਾਹ ਤੇ ਚੱਲ ਕੇ ਗੁਰੂ ਸਾਹਿਬ ਦੇ ਸਰੂਪ ਵਿੱਚ ਪਹੁੰਚ ਕੇ ਅਭੇਦ ਹੋ ਗਏ ਨੇ। ਧੰਨ ਹਨ ਉਹ ਜਿਹੜੇ ਸਿੱਖੀ ਦੇ ਇਸ ਰਾਹ ਤੇ ਚੱਲੇ ਹਨ। ਅਧਿਕ ਪ੍ਰਸੀਦੇ ਕਿਰਪਾ ਨਿਦਾਨਾ। ਕਿਰਪਾ ਨਿਧਾਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੜੇ ਪ੍ਰਸੰਨ ਹੋਏ। ਮ੍ਰਿਦੁਲ ਸੁਮਤ ਸੁਬਚਨ ਬਖਾਨਾ। ਬੜੇ ਮਿਰਦੁਲ ਕੋਮਲ ਮਿੱਠੇ ਬੋਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ। ਦੋਹਰਾ ਕਰ ਜੋਰੇ ਕਰਤਾਰ ਕੋ ਬੰਧਨ ਕਰ ਸਿਰ ਨਿਆਏ। ਮਹਾਰਾਜ ਜੀ ਕਹਿੰਦੇ ਭਾਈ ਲਹਿਣਾ ਜੀ ਹੱਥ ਜੋੜ ਕੇ ਉਸ ਕਰਤਾਰ ਨੂੰ ਸੀਸ ਨਵਾ ਕੇ ਬੰਦਨਾ ਕਰੋ। ਭਾਈ ਲਹਿਣਾ ਜੀ ਹੱਥ ਜੋੜ ਕੇ ਉਸ ਕਰਤਾਰ ਅਕਾਲ ਪੁਰਖ ਪਰਮੇਸ਼ਰ ਨੂੰ ਸੀਸ ਨਵਾ ਕੇ ਬੰਦਨਾ ਕਰੋ। ਤਵ ਸਮਤਾ ਨੇ ਅਪਰ ਮੈਂ ਮਤ ਉਤੰਗ ਪਦ ਪਾਏ। ਮਹਾਰਾਜ ਜੀ ਕਹਿੰਦੇ ਤੁਹਾਡੀ ਸਮਤਾ ਕਰਨ ਵਾਲਾ, ਬਰਾਬਰੀ ਕਰਨ ਵਾਲਾ ਇਹ ਸੰਸਾਰ ਵਿੱਚ ਦੂਜਾ ਕੋਈ ਨਹੀਂ। ਤੁਸੀਂ ਅੱਜ ਅਤ ਉਤੰਗ ਪਦਵੀ ਨੂੰ ਪ੍ਰਾਪਤ ਕਰ ਲਿਆ, ਉੱਚੀ ਪਦਵੀ ਪ੍ਰਾਪਤ ਕਰ ਲਈ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਅਤ ਉਤੰਗ ਪਦ ਪਾਏ, ਅੱਜ ਤੁਸੀਂ ਉੱਚੀ ਪਦਵੀ ਪ੍ਰਾਪਤ ਕਰ ਲਈ ਹੈ। ਤੁਹਾਡੇ ਸਮਾਨ, ਤੁਹਾਡੇ ਵਰਗਾ ਕੋਈ ਦੂਜਾ ਨਹੀਂ ਹੈ। ਇਹ ਅੰਮ੍ਰਿਤ ਬੋਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਕਹੇ। ਲਾਗੇ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਬੈਠੇ। ਮਨ 'ਚ ਫੁਰਨਾ ਜਿਹਾ ਆ ਗਿਆ ਵੀ ਸੇਵਾ ਤਾਂ ਮੈਂ ਵੀ ਕਰਦਾ ਸਤਿਗੁਰਾਂ ਦੀ, ਪਰ ਇੰਨੀ ਕਿਰਪਾ ਕਦੇ ਮੇਰੇ ਤੇ ਨਹੀਂ ਕੀਤੀ। ਬਾਬਾ ਬੁੱਢਾ ਜੀ ਦੇ ਮਨ 'ਚ ਵੀ ਇਹ ਸੰਕਲਪ। ਭਾਈ ਲਹਿਣਾ ਜੀ ਵਿੱਚ ਬਾਬਾ ਬੁੱਢਾ ਜੀ ਔਰ ਬਾਕੀ ਗੁਰਸਿੱਖਾਂ 'ਚ ਫਰਕ ਕੀ ਹੈ ਕਿ ਭਾਈ ਲਹਿਣੇ ਦੇ ਮਨ 'ਚ ਕਦੇ ਫੁਰਨਾ ਨਹੀਂ ਆਇਆ, ਕੋਈ ਸੰਕਲਪ ਨਹੀਂ ਆਇਆ ਕਿ ਮੇਰੇ ਤੇ ਕਿਰਪਾ ਵੱਧ ਕਰਦੇ ਆ, ਉਹਦੇ ਤੇ ਘੱਟ ਕਰਦੇ ਆ, ਕਿਉਂਕਿ ਫੁਰਨੇ ਕਫੁਰਨੇ ਹੈ ਹੀ ਨਹੀਂ। ਮਨ ਤਾਂ ਗੁਰੂ ਨਾਨਕ ਸਾਹਿਬ ਵਿੱਚ ਹੀ ਲੀਨ ਹੋ ਗਿਆ। ਪਰ ਬਾਬਾ ਬੁੱਢਾ ਸਾਹਿਬ ਜੀ ਦੇ ਵਿੱਚ ਮਨ 'ਚ ਸੰਕਲਪ ਆ ਗਿਆ, ਉਹਨਾਂ ਨਾਲ ਕੁਝ ਖਾਸ ਮੁਹੱਬਤ ਕਰਦੇ ਆ,
ਮੇਰੇ ਨਾਲ ਉਨੀ ਬਖਸ਼ਿਸ਼ ਨਹੀਂ ਕਰਦੇ, ਕਿਰਪਾ ਨਹੀਂ ਕਰਦੇ। ਤੇ ਪਾਤਸ਼ਾਹ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਮਨ ਦਾ ਵੀ ਸੰਦੇਹ ਨਿਵਾਰਨਾ ਗੁਰੂ ਨਾਨਕ ਸਾਹਿਬ ਨੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਜਸ ਦੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਸਾਧ ਸੰਗਤ ਜੀ ਬੇਨਤੀ ਹੈ, ਚੱਲ ਰਹੀ ਹੈ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਜੋ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ, ਇਸ ਦੀ ਸਮਾਪਤੀ ਕਥਾ ਦੀ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਦੀ ਸਮਾਪਤੀ 7 ਅਗਸਤ ਦਿਨ ਐਤਵਾਰ ਨੂੰ ਸ਼ਾਮ ਨੂੰ 5:15 ਤੋਂ 6:15 ਵਜੇ ਤੱਕ ਹੋਵੇਗੀ। ਉਪਰੰਤ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਦੀ ਆਰੰਭਤਾ ਹੋਵੇਗੀ। ਅਰਦਾਸ ਬੇਨਤੀ ਵਿੱਚ ਸਾਰੀ ਸੰਗਤ ਨੇ ਸ਼ਾਮਲ ਹੋਣਾ। ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਮਹਾਂਪੁਰਸ਼ ਕਹਿੰਦੇ, ਜਦੋਂ ਸਮਾਪਤੀ ਸਮੇਂ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਵਿੱਚ ਸ਼ਾਮਲ ਹੋ ਜਾਈਏ ਨਾ, ਕਥਾ ਦੀ ਸਮਾਪਤੀ ਹੁੰਦੀ ਹੋਵੇ, ਜੇ ਕਿਤੇ ਵਿੱਚ ਨਾਗਾ ਪਿਆ ਹੋਵੇ ਤਾਂ ਸੰਪੂਰਨ ਕਥਾ ਦੀ ਹਾਜ਼ਰੀ ਜਿਹੜੀ ਆ ਅਰਦਾਸ ਨਾਲ ਗੁਰੂ ਚਰਨਾਂ 'ਚ ਲੱਗ ਜਾਂਦੀ ਹੈ। ਸੋ ਆਪ ਜੀ ਨੇ ਹਾਜ਼ਰੀਆਂ ਭਰਨੀਆਂ, ਅਰਦਾਸ ਦੇ ਵਿੱਚ ਸ਼ਮੂਲੀਅਤ ਕਰਨੀ ਹੈ। ਦੂਸਰੀ ਬੇਨਤੀ ਹੈ ਕਿ 8 ਅਗਸਤ ਨੂੰ ਗੁਰੂ ਕੇ ਬਾਗ ਦੇ ਮੋਰਚੇ ਦਾ 100 ਸਾਲਾ ਸ਼ਤਾਬਦੀ ਦਿਵਸ ਗੁਰੂ ਕੇ ਬਾਗ ਵਿਖੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਮਨਾਇਆ ਜਾ ਰਿਹਾ ਹੈ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਵਾਹਿਗੁਰੂ 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 हे अच्युत हे पार ब्रह्म अबनासी अगनास हे पूरन हे सर्वमय दुख भंजन गुणतास हे संगी हे निरंकार हे निर्गुण सब टेक हे गोबिंद हे गुण निधान जाके सदा बबेक हे अपरंपर हर हरे है पियो अणहार हे संतह कै सदा संग निधारा आधार हे ठाकुर हाँ दासरो मैं निर्गुण गुण नहीं कोई नानक दीजै नाम दान राखो ये परोए आए प्रभ शरणागति कृपा निध दयाल एक अखर हर मन बस्त नानक होते निहाल वाहिगुरु नाम जहाज है जड़े सूत्रे पार जो शरदा कर सेवंदे गुर पारी उतारने आरे वाहिगुरु नाम जहाज है जड़े सूत्रे पार जो शरदा कर सेवंदे गुर पारी उतारने आरे वाहिगुरु जी का खालसा वाहिगुरु जी की फतेह।